उर्दू कहे पंजाबी गल सुन छोटी अपने गल सुन छोटी अपने। ਡਾਕਟਰ ਸਾਹਿਬ ਤੁਸੀਂ ਸਟੇਜ ਸ਼ੋਅ ਦੇ ਦੌਰਾਨ 2 ਮਹੀਨੇ ਪੁਰਾਣਾ ਗੀਤ ਹੈ ਗੁਰਦਾਸ ਮਾਨ ਦਾ ਜੀ, ਉਹਦੇ ਵਿੱਚ ਉਹ ਵੈਸੇ ਸਟਾਰਟਿੰਗ ਦੇ ਵਿੱਚ ਉਹ ਕਹਿ ਰਹੇ ਨੇ ਜੁਗ ਜੁਗ ਜੋਨ ਸਰੋਤੇ ਮਾਂ ਬੋਲੀ ਪੰਜਾਬੀ ਦੇ, ਕਾਫੀ ਚੰਗਾ ਗੀਤ ਗਾ ਰਹੇ ਨੇ, ਪਰ ਗਾਉਂਦੇ ਗਾਉਂਦੇ ਉਹ ਪਤਾ ਨਹੀਂ ਉਹ ਇਸ ਟਰੈਕ ਤੇ ਆ ਜਾਂਦੇ ਆ ਕਿ ਉਰਦੂ ਕਹੇ ਪੰਜਾਬੀ ਗੱਲ ਸੁਣ ਛੋਟੀਏ ਭੈਣੇ। ਤੁਸੀਂ ਦੱਸ ਸਕਦੇ ਹੋ ਵੀ ਉਹ ਕਿਸ ਸੰਦਰਭ ਦੇ ਵਿੱਚ ਉਹ ਕਿਉਂ ਕਹਿਣਾ ਚਾਹੁੰਦੇ ਆ? ਕੀ ਵਾਕਿਆ ਹੀ ਜਿਹੜੀ ਪੰਜਾਬੀ ਹੈ ਉਰਦੂ ਦੀ ਛੋਟੀ ਭੈਣ ਹੈ? ਜਿਹੜੀ ਬੋਲੀ ਤੇ ਸੱਭਿਆਚਾਰ ਤੇ ਕੌਮਾਂ ਦੇ ਮਾਮਲੇ ਨੇ, ਇਹਦੇ ਸਿਰਫ ਨੇਕ ਭਾਵਨਾ ਹੋਣੀ ਕਾਫੀ ਨਹੀਂ, ਤੁਹਾਡੀ ਜਿਹੜੀ ਸਮਝ ਠੀਕ ਹੋਣੀ ਉਹ ਓਨੀ ਮਹੱਤਵਪੂਰਨ ਹੁੰਦੀ ਹੈ। ਤੇ ਜੇ ਸਮਝ ਠੀਕ ਨਾ ਹੋਵੇ ਤਾਂ ਉਹ ਨੇਕ ਭਾਵਨਾ ਹੁੰਦਿਆਂ ਹੋਇਆਂ ਵੀ ਉਹਦੇ ਨਤੀਜੇ ਜਿਹੜੇ ਨੇ ਉਹ ਮਾੜੇ ਨਿਕਲਦੇ ਨੇ, ਔਰ ਨਿਕਲ ਰਹੇ ਨੇ, ਤੁਹਾਡੇ ਸਾਹਮਣੇ ਨੇ ਕਿ ਪੰਜਾਬੀ ਨੂੰ ਕਿੱਡਾ ਵੱਡਾ ਖੋਰਾ ਲੱਗ ਰਿਹਾ ਹੈ। ਫਿਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਕੰਮਕਾਜ ਪਹਿਲਾਂ ਫਾਰਸੀ ਰਹੀ, ਫਿਰ ਕੰਮਕਾਜ ਦੀ ਬੋਲੀ ਵੀ ਹਿੰਦੁਸਤਾਨੀ ਜਿਹਨੂੰ ਕਿਹਾ ਗਿਆ ਉਰਦੂ ਹੋ ਗਈ। ਤਾਂ ਉਹ ਗਲਬਾ ਚਾਰਜ ਫਿਰ ਉਰਦੂ ਦਾ ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਦਾ ਰਿਹਾ, ਤਾਂ ਉਹ ਜਿਹੜੀ ਲੋਕਾਂ ਦੀ ਸਮਝ ਬਣ ਗਈ ਹੋਈ ਹੈ। ਔਰ ਇਹ ਗੁਰਦਾਸ ਮਾਨ ਇਕੱਲੇ ਨਹੀਂ ਹਨ, ਇਹ ਜੇ ਮੈਂ ਕਹਾਂ ਕਿ 1000 ਚੋਂ 999 ਜਿਹੜੇ ਲੋਕ ਨੇ ਭਾਰਤੀ ਨੇ ਜਾਂ ਪੰਜਾਬੀ ਨੇ, ਉਹਨਾਂ ਦੀ ਇਹੀ ਸਮਝ ਬਣੀ ਹੋਈ ਹੈ। ਹਾਸਿਮ ਕੌਰ ਜੀ ਪੁੱਛਣਾ ਪਰ ਇਹ ਗੰਭੀਰ ਗੱਲ ਹੈ ਕਿ ਕੋਈ ਉਰਦੂ 'ਚ ਤੁਹਾਨੂੰ ਲੋਕ ਸਾਹਿਤ ਮਿਲਦਾ, ਕੋਈ ਉਰਦੂ 'ਚ ਤੁਹਾਨੂੰ ਲੋਰੀ ਮਿਲਦੀ ਹੈ, ਕੋਈ ਉਰਦੂ 'ਚ ਤੁਹਾਨੂੰ ਅਲਾਉਣੀਆਂ ਮਿਲਦੀਆਂ ਨੇ, ਕੋਈ ਉਰਦੂ 'ਚ ਤੁਹਾਨੂੰ ਸੋਗ ਗੀਤ ਮਿਲਦਾ? ਨਹੀਂ ਮਿਲਦਾ। ਪਰ ਇਹ ਜਿਹੜੇ ਉਹ ਲੋਕ ਲਿਖਾਉਂਦੇ ਵੀ ਨੇ ਉਰਦੂ ਮਾਂ ਬੋਲੀ, ਜਿਹੜੇ ਪੰਜਾਬੀ ਬਲੋਚ ਦੂਜੇ ਵੀ ਨੇ, ਚਲੋ ਮੈਂ ਪੰਜਾਬੀਆਂ ਦੀ ਗੱਲ ਕਰਨਾ ਪਿਆ, ਆਪਾਂ ਪੰਜਾਬੀ ਦੀ ਗੱਲ ਕਰਨੇ ਆ, ਤਾਂ ਮੈਂ ਕਈ ਵਾਰੀ ਉਹਨਾਂ ਨੂੰ ਆਣਾ ਵੀ ਤੁਸੀਂ ਆਂਦੇ ਹੋ ਕਿ ਸਾਡੀ ਮਾਂ ਬੋਲੀ ਤੇ ਉਰਦੂ ਹੈ, ਤੁਸੀਂ ਲਿਖਾ ਵੀ ਦਿੱਤੀ ਆਪਣੇ ਜਿਹੜੇ ਨੇ ਮਰਦਮਸ਼ੁਮਾਰ ਦੇ ਵਿੱਚ, ਪਰ ਜਦੋਂ ਤੁਹਾਡੀ ਮਾਂ ਪੂਰੀ ਹੁੰਦੀ ਉਦੋਂ ਰੋਂਦੇ ਤੁਸੀਂ ਪੰਜਾਬੀ 'ਚ ਹੋ। ਜਦੋਂ ਤੁਹਾਡੇ ਘਰ ਪੁੱਤਰ ਜੰਮਦਾ ਤੁਸੀਂ ਲੁੱਡੀਆਂ ਤੁਸੀਂ ਜਿਹੜਾ ਪੰਜਾਬੀ 'ਚ ਪਾਉਂਦੇ ਹੋ, ਤੇ ਲਿਖਾਉਂਦੇ ਤੁਸੀਂ ਉਰਦੂ ਹੋ। ਪੁਰਾਣੀ ਜਾਂ ਨਵੀਂ ਹੋਣ ਨਾਲ ਬੋਲੀ ਕੋਈ ਵੱਡੀ ਜਾਂ ਛੋਟੀ ਨਹੀਂ ਹੋ ਜਾਂਦੀ ਬਹੁਤੀ ਹੈ ਜੀ। ਉਹ ਤਾਂ ਉਸ ਬੋਲੀ ਦੀ ਕਿੰਨੋ ਵਰਤੋਂ ਹੋਈ ਹੈ, ਉਹਦਾ ਜਿਹੜਾ ਕਿੰਨਾ ਕੰਮ ਹੋਇਆ ਹੈ, ਉਹਨੂੰ ਕਿਵੇਂ ਵਰਤਿਆ ਗਿਆ ਵੱਡੇ ਕੰਮਾਂ ਵਾਸਤੇ, ਉਹਦੇ 'ਚ ਫਿਰ ਸਾਹਿਤ ਪੈਦਾ ਹੋਏਗਾ, ਗਿਆਨ ਪੈਦਾ ਹੋਏਗਾ। ਪਰ ਜੇ ਆਪਾਂ ਇਸ ਸਵਾਲ ਨੂੰ ਵੇਖਣਾ ਹੀ ਹੋਵੇ ਕਿ ਪੁਰਾਣੀ ਤੇ ਨਵੀਂ ਕਿਹੜੀ, ਉਰਦੂ ਤੇ ਪੰਜਾਬੀ 'ਚੋਂ, ਤੇ ਹਜ਼ਾਰਾਂ ਸਾਲਾਂ ਦਾ ਫਰਕ ਹੈ। ਪੰਜਾਬੀ ਤੇ ਹਜ਼ਾਰਾਂ ਸਾਲ ਪੁਰਾਣੀ ਉਰਦੂ ਨਾਲੋਂ। ਭਾਸ਼ਾ, ਮੈਂ ਇੱਕ ਭਾਸ਼ਾ ਵਿਗਿਆਨੀ ਹਾਂ, ਭਾਸ਼ਾ ਵਿਗਿਆਨ ਦੇ ਆਧਾਰ ਦੇ ਉੱਤੇ ਉਰਦੂ ਤੇ ਹਿੰਦੀ ਕੋਈ ਵੱਖਰੀਆਂ ਬੋਲੀਆਂ ਨਹੀਂ, ਔਰ ਹਿੰਦੀ ਵੀ ਕੋਈ ਭਾਰਤ ਦੇ ਵਿੱਚ ਬਹੁਤਾ ਪੁਰਾਣਾ ਨਹੀਂ ਸਾਹਿਤਕ ਬੋਲੀ ਬਣਦੀ ਜਾਂ ਭਾਰੂ ਬੋਲੀ ਬਣਦੀ, ਬਲਕਿ ਪੰਜਾਬੀ ਔਰ ਹੋਰ ਰਾਜਸਥਾਨੀ ਵਰਗੀਆਂ, ਭੋਜਪੁਰੀ, ਬ੍ਰਜ ਜਾਂ ਹੋਰ ਜਿਹੜੀਆਂ ਭਾਸ਼ਾਵਾਂ ਨੇ ਭਾਰਤ ਦੀਆਂ, ਹਿੰਦੀ ਤੋਂ ਬਹੁਤ ਪਹਿਲਾਂ ਉਹ ਸਾਹਿਤ ਦੀਆਂ ਜਿਹੜੀਆਂ ਨੇ ਰਸਮੀ ਭਾਸ਼ਾਵਾਂ, ਗਿਆਨ ਦੀਆਂ ਭਾਸ਼ਾਵਾਂ ਰਹੀਆਂ ਨੇ, ਔਰ ਹਿੰਦੀ ਤੇ ਬਾਅਦ 'ਚ ਆ ਕੇ ਬਣਦੀ ਹੈ। ਉਰਦੂ ਕੀ ਹੈ? ਹਿੰਦੀ ਵਿਆਕਰਣ ਔਰ ਉਹਦੇ ਵਿੱਚ ਫਾਰਸੀ ਸ਼ਬਦਾਵਲੀ ਔਰ ਫਾਰਸੀ ਅਰਬੀ ਸ਼ਬਦਾਵਲੀ ਦਾ ਕੋਈ ਪੁੱਠ ਦੇ ਕੇ ਉਹ ਉਰਦੂ ਹੈ। ਭਾਰਤੀ ਪੰਜਾਬ ਦੀ ਤਾਂ ਗੱਲ ਹੀ ਛੱਡੋ, ਤੁਸੀਂ ਪਾਕਿਸਤਾਨੀ ਪੰਜਾਬ ਦੇ ਜਾ ਕੇ ਕਿਸੇ ਪਿੰਡ 'ਚ ਪੁੱਛੋ ਵੀ ਤੁਸੀਂ ਫੈਜ਼ ਸਾਹਿਬ ਨੂੰ ਜਾਣਦੇ ਹੋ, ਤੁਸੀਂ ਇਕਬਾਲ ਸਾਹਿਬ ਨੂੰ ਜਾਣਦੇ ਹੋ, ਤੇ ਬਹੁਤੇ ਆਖਣਗੇ ਅਸੀਂ ਤਾਂ ਜਾਣਦੇ ਨਹੀਂ ਬੰਦੇ ਕੌਣ ਨੇ। ਤਾਂ ਉਹ ਜੇ ਤੁਸੀਂ ਪੁੱਛੋ ਵੀ ਵਾਰਿਸ ਸ਼ਾਹ ਨੂੰ ਜਾਣਦੇ ਹੋ, ਬਾਬਾ ਬੁੱਲੇ ਸ਼ਾਹ ਨੂੰ ਜਾਣਦੇ ਹੋ, ਬਾਬਾ ਫਰੀਦ ਨੂੰ ਜਾਣਦੇ ਹੋ, ਤੇ ਪੰਜਾਬ ਦਾ ਬੱਚਾ ਜਾਣਦਾ, ਚਾਹੇ ਉਹ ਪਾਕਿਸਤਾਨ ਹੋਵੇ ਤੇ ਚਾਹੇ ਉਹ ਵੀ ਜਿਵੇਂ ਪਹਿਲੇ ਕਹਿਣਗੇ ਜਦੋਂ ਗੁਰਦਾਸ ਮਾਨ ਨੇ ਕਿਹਾ ਸੀ ਪੰਜਾਬੀ ਜਿਹੜੀ ਹੈ ਮਾਸੀ ਹੈ ਹਿੰਦੀ ਦੀ, ਉਦੋਂ ਮਾਸੀ ਕਹਿਣਾ ਤੇ ਹੁਣ ਛੋਟੀ ਭੈਣ ਕਹਿਣਾ। ਇਹ ਦੱਸੋ ਵੀ ਗੁਰਦਾਸ ਮਾਨ ਵਿਦਵਾਨ ਗਾਇਕ ਨੇ, ਇਹ ਦੱਸੋ ਵੀ ਇਹ ਜਾਣ ਬੁੱਝ ਕੇ ਹੈ, ਸਿਆਸਤ ਤੋਂ ਪ੍ਰੇਰਿਤ ਹੈ, ਜਾਂ ਫਿਰ ਉਹਨਾਂ ਦੀ ਇਹ ਨਿਆਣਮਤ? ਡਾਕਟਰ ਸਾਹਿਬ, ਜੇਕਰ ਤੁਹਾਡੀ ਇਹ ਗੱਲਬਾਤ ਨੂੰ ਸੁਣਦੇ ਹੋਣ ਗੁਰਦਾਸ ਮਾਨ ਸਾਹਿਬ, ਕੀ ਕਹੋਗੇ ਉਹਨਾਂ ਨੂੰ, ਕੀ ਸੁਨੇਹਾ ਦੋਗੇ ਵੀ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈਗੀ? ਮੈਂ ਮਾਨ ਸਾਹਿਬ ਨੂੰ ਦੱਸਣੀ ਜ਼ਰੂਰ ਆਖਣੀ ਚਾਹੁੰਦਾ ਵਾਂ, ਉਹ ਇਹ ਆ ਕਿ ਜਦੋਂ ਤੁਸੀਂ ਇਹ ਗੱਲ ਆਖੀ ਉਰਦੂ ਵੱਡੀ ਹੈ ਭੈਣੇ, ਤੇ ਤੁਹਾਨੂੰ ਬਾਬਾ ਨਾਨਕ ਜੀ ਭੁੱਲ ਗਏ, ਬਾਬਾ ਫਰੀਦ ਭੁੱਲ ਗਏ? ਜੇ ਕਿਸੇ ਨੇ ਕਿਹਾ ਸੀ ਕਿ ਬਾਤੋਂ ਬਾਤੋਂ में बात खड़क जाती है, एक दो लफ्ज ही अपनों को बेगाना बना देते हैं। ਜੇ ਕਿਧਰੇ ਪੰਜਾਬੀਆਂ ਦਾ ਰਾਜ ਮਤਲਬ ਜਿਵੇਂ ਅੰਗਰੇਜ਼ਾਂ ਦਾ ਭਾਰਤ ਹੋ ਗਿਆ, ਸਾਰੇ ਭਾਰਤ ਪੰਜਾਬੀਆਂ ਦਾ ਰਾਜ ਹੋ ਜਾਂਦਾ, ਤਾਂ ਫਿਰ ਮਾਨ ਸਾਹਿਬ ਕਹਿੰਦੇ ਪੰਜਾਬੀ ਤੋਂ ਵੱਡੀ, ਸਾਰਿਆਂ ਤੋਂ ਵੱਡੀ ਭੈਣ ਪੰਜਾਬੀ ਹੈ। ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ, ਮੈਂ ਹਰਪਾਲ ਸਿੰਘ ਸੁਨਾਮ ਆਪ ਜੀ ਦਾ ਸਵਾਗਤ ਕਰਦਾ ਹਾਂ। ਗੁਰਦਾਸ ਮਾਨ ਪੰਜਾਬੀ ਗਾਇਕੀ ਦੇ ਵਿੱਚ ਉਹਨਾਂ ਦਾ ਵੱਡਾ ਨਾਮ ਹੈ। ਪਿਛਲੇ ਦਿਨੀ ਇੱਕ ਗੀਤ ਦੇ ਦੌਰਾਨ, ਸਟੇਜ ਸ਼ੋਅ ਦੇ ਦੌਰਾਨ ਉਹਨਾਂ ਨਾਲ ਇੱਕ ਵਿਵਾਦ ਹੋਰ ਜੁੜਦਾ ਹੈ ਪੰਜਾਬੀ ਮਾਂ ਬੋਲੀ ਦੀ ਬਾਬਤ। ਡਾਕਟਰ ਜੋਗਾ ਸਿੰਘ ਜੀ
ਭਾਸ਼ਾ ਵਿਗਿਆਨੀ ਨੇ ਪੰਜਾਬੀ ਦੇ, ਉਹ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਸੇਵਾ ਕਰਦੇ ਆ। ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵੀ ਉਹ ਸ਼ਬਦ ਦੇ ਵਿੱਚ ਇੱਕ ਲਾਈਨ ਦੇ ਵਿੱਚ ਜੋ ਕੁਝ ਕਹਿ ਰਹੇ ਨੇ, ਤੇ ਉਹ ਕਹਿੰਦੇ ਆ ਕਿ ਉਰਦੂ ਕਹੇ ਪੰਜਾਬੀ, ਗੱਲ ਸੁਣ ਛੋਟੀਏ ਭੈਣੇ। ਅਸੀਂ ਇਹ ਪੁੱਛਣਾ ਵੀ ਪੰਜਾਬੀ ਨੂੰ ਉਰਦੂ ਦੁਆਰਾ ਕਿਹਾ ਜਾ ਰਿਹਾ ਛੋਟੀ ਭੈਣ। ਇਸ ਸ਼ਬਦ ਦਾ ਕਾਫੀ ਵਿਵਾਦ ਹੋ ਰਿਹਾ ਹੈ। ਡਾਕਟਰ ਸਾਹਿਬ ਨੂੰ ਪੁੱਛਦੇ ਆ ਵੀ ਦੋਨਾਂ ਦੇ ਵਿੱਚੋਂ ਜਿਹੜੀ ਭਾਸ਼ਾ ਕਿਹੜੀ ਪੁਰਾਣੀ ਹੈ, ਤੇ ਇਸ ਬਾਬਤ ਆਪਾਂ ਸਭ ਤੋਂ ਪਹਿਲੇ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ, ਪੰਜਾਬੀ ਲੋਕ ਚੈਨਲ ਵਿੱਚ ਤੁਹਾਡਾ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਸਰੋਤਿਆਂ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਮੌਕਾ ਦੇ ਰਹੇ ਹੋ ਆਪਣੀ ਗੱਲ ਕਰਨ ਦਾ। ਜੀ ਡਾਕਟਰ ਸਾਹਿਬ, ਤੁਸੀਂ ਸਟੇਜ ਸ਼ੋਅ ਦੇ ਦੌਰਾਨ 2 ਮਹੀਨੇ ਪੁਰਾਣਾ ਗੀਤ ਹੈ ਗੁਰਦਾਸ ਮਾਨ ਦਾ ਜੀ, ਉਹਦੇ ਵਿੱਚ ਉਹ ਵੈਸੇ ਸਟਾਰਟਿੰਗ ਦੇ ਵਿੱਚ ਉਹ ਕਹਿ ਰਹੇ ਨੇ ਜੁਗ ਜੁਗ ਜੋਨ ਸਰੋਤੇ ਮਾਂ ਬੋਲੀ ਪੰਜਾਬੀ ਦੇ, ਕਾਫੀ ਚੰਗਾ ਗੀਤ ਗਾ ਰਹੇ ਨੇ, ਪਰ ਗਾਉਂਦੇ ਗਾਉਂਦੇ ਉਹ ਪਤਾ ਨਹੀਂ ਉਹ ਇਸ ਟਰੈਕ ਤੇ ਆ ਜਾਂਦੇ ਆ ਕਿ ਉਰਦੂ ਕਹੇ ਪੰਜਾਬੀ, ਗੱਲ ਸੁਣ ਛੋਟੀਏ ਭੈਣੇ। ਤੁਸੀਂ ਦੱਸ ਸਕਦੇ ਹੋ ਵੀ ਉਹ ਕਿਸ ਸੰਦਰਭ ਦੇ ਵਿੱਚ ਉਹ ਕਿਉਂ ਕਹਿਣਾ ਚਾਹੁੰਦੇ ਆ? ਕੀ ਵਾਕਿਆ ਹੀ ਜਿਹੜੀ ਪੰਜਾਬੀ ਹੈ ਉਰਦੂ ਦੀ ਛੋਟੀ ਭੈਣ ਹੈ? ਵੇਖੋ, ਜਿਵੇਂ ਕਿ ਤੁਸੀਂ ਆਪ ਆਖਿਆ ਕਿ ਸਾਰੇ ਗੀਤ ਦੇ ਵਿੱਚ ਜਿਹੜੀ ਭਾਵਨਾ ਆ ਗੁਰਦਾਸ ਮਾਨ ਜੀ ਦੀ ਪੰਜਾਬੀ ਦੇ ਪ੍ਰਤੀ ਨੇਕ ਭਾਵਨਾ ਝਲਕਦੀ ਹੈ। ਸਾਰਾ ਗੀਤ ਜਿਹੜਾ ਉਹਦੇ 'ਚ ਕੋਈ ਸ਼ੱਕ ਨਹੀਂ ਹੈ, ਪਰ ਨੇਕ ਭਾਵਨਾ ਹੋਣੀ ਕਾਫੀ ਨਹੀਂ ਹੁੰਦੀ। ਜਿਹੜੀ ਬੋਲੀ ਤੇ ਸੱਭਿਆਚਾਰ ਤੇ ਕੌਮਾਂ ਦੇ ਮਾਮਲੇ ਨੇ, ਇਹਦੇ 'ਚ ਸਿਰਫ ਨੇਕ ਭਾਵਨਾ ਹੋਣੀ ਕਾਫੀ ਨਹੀਂ, ਤੁਹਾਡੀ ਜਿਹੜੀ ਸਮਝ ਠੀਕ ਹੋਣੀ ਉਹ ਓਨੀ ਮਹੱਤਵਪੂਰਨ ਹੁੰਦੀ ਹੈ। ਤੇ ਜੇ ਸਮਝ ਠੀਕ ਨਾ ਹੋਵੇ ਤਾਂ ਉਹ ਨੇਕ ਭਾਵਨਾ ਹੁੰਦਿਆਂ ਹੋਇਆਂ ਵੀ ਉਹਦੇ ਨਤੀਜੇ ਜਿਹੜੇ ਨੇ ਉਹ ਮਾੜੇ ਨਿਕਲਦੇ ਨੇ, ਔਰ ਨਿਕਲ ਰਹੇ ਨੇ। ਤੁਹਾਡੇ ਸਾਹਮਣੇ ਨੇ ਕਿ ਪੰਜਾਬੀ ਨੂੰ ਕਿੱਡਾ ਵੱਡਾ ਖੋਰਾ ਲੱਗ ਰਿਹਾ ਹੈ, ਔਰ ਉਰਦੂ ਨੇ ਬਹੁਤ ਵੱਡਾ ਖੋਰਾ ਲਾਇਆ ਹੈ। ਤਾਂ ਇਹ ਜਿਹੜੀ ਗੱਲ ਗੁਰਦਾਸ ਮਾਨ ਜੀ ਕਹਿ ਰਹੇ ਨੇ, ਪਹਿਲੀ ਗੱਲ ਤੇ ਇਹ ਵੇ ਕਿ ਇਹ ਕੋਈ ਇਕੱਲੇ ਗੁਰਦਾਸ ਮਾਨ ਨੇ ਇਹੋ ਜਿਹੀ ਗੱਲ ਆਖਦੇ। ਇਹ ਇੱਕ ਮਾਨਸਿਕਤਾ ਜਿਹੜੀ ਲਗਭਗ ਸਾਰੇ ਹੀ ਉਹ ਮੁਲਕ ਜਿਹੜੇ ਸਾਮਰਾਜ ਦੀਆਂ ਬਸਤੀਆਂ ਰਹੇ ਨੇ, ਔਰ ਜਿਨ੍ਹਾਂ ਦੇ ਉੱਤੇ ਗਲਬਾ ਰਿਹਾ ਹੈ ਹੋਰਨਾਂ ਬੋਲੀਆਂ ਦਾ, ਸਾਮਰਾਜੀਆਂ ਦਾ ਜਾਂ ਬਾਹਰਲਿਆਂ ਦੀਆਂ ਬੋਲੀਆਂ ਦਾ, ਇਸ ਤਰ੍ਹਾਂ ਦੀ ਮਾਨਸਿਕਤਾ ਬੜੀ ਸੁਭਾਵਕ ਜਿਹੜੀ ਸੁਭਾਵੀ ਹੈ ਪੈਦਾ ਹੋਣੀ, ਹੁਣ ਹੋਈ ਹੋਈ ਹੈ, ਔਰ ਉਹ ਬੜੀ ਡੂੰਘੀ ਜਿਹੜੀ ਹੈ ਤਹਿ ਦੇ ਵਿੱਚ ਬੈਠੀ ਹੋਈ ਹੈ ਲੋਕਾਂ ਦੇ ਮਨਾਂ ਦੇ ਵਿੱਚ। ਔਰ ਉਹਦੀ ਵਜ੍ਹਾ ਇਹ ਹੁੰਦੀ ਹੈ ਕਿ ਜਿਸ ਜਿਹੜੀ ਸੱਤਾਧਾਰੀ ਵਰਗ ਹੁੰਦਾ, ਜਿਹਦਾ ਗਲਬਾ ਹੁੰਦਾ ਚਾਰ ਚੁਫੇਰੇ ਹਰ ਪਾਸੇ, ਤਾਂ ਉਹਦੀ ਜਿਹੜੀ ਬੋਲੀ ਉਹ ਆਪਣੀ ਬੋਲੀ ਥੋਪਦੇ ਵੀ ਨੇ, ਔਰ ਉਹ ਬੋਲੀ ਦਾ ਗਲਬਾ ਹੋ ਜਾਂਦਾ ਹੈ। ਕਿ ਮੰਨ ਲਓ ਵੀ ਹੁਣ ਅਸੀਂ ਪੜ੍ਹਾਈ ਸਾਰੀ ਜੇ ਮੰਨ ਲਓ ਅੰਗਰੇਜ਼ੀ 'ਚ ਹੀ ਕਰਨੇ ਆ, ਤਾਂ ਥੋੜੇ ਚਿਰ ਤੋਂ ਬਾਅਦ ਲੋਕਾਂ ਨੂੰ ਲੱਗਣ ਲੱਗ ਜਾਏਗਾ ਕਿ ਪੜ੍ਹਾਈ ਤਾਂ ਅੰਗਰੇਜ਼ੀ 'ਚ ਹੀ ਹੋ ਸਕਦੀ ਹੈ, ਪੰਜਾਬੀ ਤੇ ਪੜ੍ਹਾਈ ਹੋ ਹੀ ਨਹੀਂ ਸਕਦੀ ਗਿਆਨ ਦੀ। ਹਾਂਜੀ, ਤੋ ਇਹ ਜਿਹੜਾ ਗਲਬਾ ਰਿਹਾ ਆ ਇਹ ਉਰਦੂ ਦਾ ਵੀ ਰਿਹਾ ਆ। ਜਦੋਂ ਲਗਭਗ 7ਵੀਂ ਸਦੀ ਤੋਂ ਇਸਲਾਮੀ ਜਿਹੜਾ ਪੰਜਾਬ ਦਾ ਵਾਹ ਪਿਆ ਇਸਲਾਮੀ ਲੋਕਾਂ ਦੇ ਨਾਲ ਸਿੰਧ ਤੋਂ, ਔਰ ਬਹੁਤ ਦੇਰ ਤੱਕ ਜਿਹੜਾ ਚੱਲਦਾ ਰਿਹਾ ਅੰਗਰੇਜ਼ਾਂ ਦੇ ਆਉਣ ਤੱਕ, ਔਰ ਫਾਰਸੀ ਦਾ ਗਲਬਾ ਰਿਹਾ। ਤੋ ਫਾਰਸੀ ਵਕਾਰ ਦੀ ਬੋਲੀ ਬਣ ਗਈ, ਗਲਬਾ ਹੋ ਗਿਆ ਫਾਰਸੀ ਦਾ। ਜਿਹਨੂੰ ਫਾਰਸੀ ਆਉਂਦੀ ਉਹਨੂੰ ਸਿਆਣਾ ਸਮਝਿਆ ਜਾਂਦਾ ਸੀ। ਤੋ ਮੈਂ ਕਿਹਾ ਯਾਰ ਇਹ ਮਖੌਲ ਚਾਹਣਾ ਹੁੰਦਾ ਵੀ ਜੇ ਬੋਲੀ ਨਾਲ ਬੰਦਾ ਸਿਆਣਾ ਹੋਵੇ ਫਿਰ ਤੇ ਕੰਮ ਹੀ ਬੜਾ ਸੌਖਾ ਹੈ। ਤੁਸੀਂ 6 ਮਹੀਨੇ 'ਚ ਕਿਸੇ ਨੂੰ ਕੋਈ ਵੀ ਭਾਸ਼ਾ ਚੰਗੀ ਵਾਹ ਸਿਖਾ ਲੈਂਦੇ ਹੋ ਤਾਂ ਬੰਦਾ ਸਿਆਣਾ ਬਣ ਜਾਏਗਾ, ਪਰ ਇੰਝ ਹੁੰਦਾ ਤਾਂ ਨਹੀਂ ਨਾ। ਤਾਂ ਉਹ ਗਲਬਾ ਰਹਿਣ ਕਰਕੇ ਮਾਨਸਿਕਤਾ ਜਿਹੜੀ ਹੈ ਲੋਕਾਂ ਦੀ ਸਮਝ ਬਣ ਚੁੱਕੀ ਹੈ ਕਿ ਉਰਦੂ ਦਾ ਜਿਹੜਾ ਗਲਬਾ ਰਿਹਾ, ਫਿਰ ਕਿਉਂਕਿ ਉਰਦੂ ਪਹਿਲਾਂ ਦਰਬਾਰ ਦੀ ਬੋਲੀ ਸੀ, ਦਰਬਾਰ ਦੀ ਬੋਲੀ ਹੋਣ ਕਰਕੇ, ਸੱਤਾ ਦੀ ਬੋਲੀ ਹੋਣ ਕਰਕੇ, ਔਰ ਫਿਰ ਅੰਗਰੇਜ਼ਾਂ ਦੇ ਆਉਣ ਤੋਂ ਬਾਅਦ ਕੰਮਕਾਜ ਪਹਿਲਾਂ ਫਾਰਸੀ ਰਹੀ, ਫਿਰ ਕੰਮਕਾਜ ਦੀ ਬੋਲੀ ਵੀ ਹਿੰਦੁਸਤਾਨੀ ਜਿਹਨੂੰ ਕਿਹਾ ਗਿਆ ਉਰਦੂ ਹੋ ਗਈ। ਤਾਂ ਉਹ ਗਲਬਾ ਚਾਰ ਸਵੇਰੇ ਉਰਦੂ ਦਾ ਜਿਵੇਂ ਅੱਜ ਕੱਲ੍ਹ ਅੰਗਰੇਜ਼ੀ ਦਾ ਰਿਹਾ, ਤਾਂ ਉਹ ਜਿਹੜੀ ਲੋਕਾਂ ਦੀ ਸਮਝ ਬਣ ਗਈ ਹੋਈ ਹੈ। ਔਰ ਇਹ ਗੁਰਦਾਸ ਮਾਨ ਇਕੱਲੇ ਨਹੀਂ ਹਨ। ਇਹ ਮੈਂ ਕਹਾਂ ਕਿ 1000 ਚੋਂ 999 ਜਿਹੜੇ ਲੋਕ ਨੇ ਭਾਰਤੀ ਨੇ ਜਾਂ ਪੰਜਾਬੀ ਨੇ, ਉਹਨਾਂ ਦੀ ਇਹੀ ਸਮਝ ਬਣੀ ਹੋਈ ਹੈ। ਪਰ ਏਡਾ ਵੱਡਾ ਜਿਹੜਾ ਕਲਾਕਾਰ ਹੈ, ਜਿਹੜਾ ਜਿਹਨੂੰ ਲੋਕਾਂ ਨੇ ਜੋ ਬੋਲਣਾ ਹੈ ਉਹਦਾ ਲੋਕਾਂ ਨੇ ਅਨੁਸਰਨ ਕਰਨਾ ਹੈ, ਉਹਦੇ ਵੱਲ ਵੇਖਣਾ ਹੈ ਔਰ ਰਾਹ ਵਿਖਾਉਣਾ ਹੈ, ਉਹੋ ਜਿਹੇ ਕਲਾਕਾਰਾਂ ਤੋਂ ਇਸ ਤਰ੍ਹਾਂ ਦੀ ਸਮਝ ਦੀ ਆਸ ਨਹੀਂ ਕੀਤੀ ਜਾਂਦੀ ਕਿ ਉਹ ਇਸ ਤਰ੍ਹਾਂ ਦੀ ਆਸ ਰੱਖਦੇ ਹੋਣ। ਤਾਂ ਉਹ ਇਹਨਾਂ ਦੀ ਸਮਝ ਤਾਂ ਬਣੀ ਹੈ। ਜਿਹੜੀ ਤੁਸੀਂ ਦੂਜਾ ਸਵਾਲ ਕੀਤਾ ਹੈ ਕਿ ਵਾਕਈ ਉਰਦੂ ਜਿਹੜੀ ਹੈ ਵੱਡੀ ਭੈਣ ਹੈ ਕਿ ਨਹੀਂ ਹੈ, ਜਾਂ ਪੰਜਾਬੀ ਛੋਟੀ ਭੈਣ ਹੈ, ਤਾਂ ਮੈਂ ਥੋੜਾ ਉਸ ਪਾਸੇ ਵੱਲ ਆਉਣਾ ਚਾਹਾਂਗਾ। ਤਾਂ ਮੈਂ ਉਰਦੂ ਦੀ ਜਿਹੜੀ ਆਪਣੇ ਮੈਂ ਵੀ ਸਤਿਕਾਰ ਕਰਨਾ, ਹਰ ਇੱਕ ਬੋਲੀ ਦਾ ਮੈਂ ਸਤਿਕਾਰ ਕਰਨਾ, ਔਰ ਹਰ ਇੱਕ ਬੋਲੀ ਦਾ ਸਤਿਕਾਰ ਕੀਤਾ ਜਾਣਾ ਚਾਹੀਦਾ ਹੈ। ਪਰ ਉਰਦੂ ਬਾਰੇ ਇੱਕ ਦੋ ਗੱਲਾਂ ਮੈਂ ਜਿਹੜੀਆਂ ਨੇ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹਾਂਗਾ। ਮੈਂ ਕਈ ਵਾਰੀ ਮਤਲਬ ਹਾਸੇ ਮਖੌਲ 'ਚ ਵੀ ਪੁੱਛਣਾ, ਪਰ ਇਹ ਗੰਭੀਰ ਗੱਲ ਹੈ
ਕਿ ਕੋਈ ਉਰਦੂ 'ਚ ਤੁਹਾਨੂੰ ਲੋਕ ਸਾਹਿਤ ਮਿਲਦਾ, ਕੋਈ ਉਰਦੂ 'ਚ ਤੁਹਾਨੂੰ ਲੋਰੀ ਮਿਲਦੀ ਹੈ, ਕੋਈ ਉਰਦੂ 'ਚ ਤੁਹਾਨੂੰ ਅਲਾਉਣੀਆਂ ਮਿਲਦੀਆਂ ਨੇ, ਕੋਈ ਉਰਦੂ 'ਚ ਤੁਹਾਨੂੰ ਸੋਗ ਗੀਤ ਮਿਲਦਾ, ਨਹੀਂ ਮਿਲਦਾ। ਕਿਉਂਕਿ ਉਰਦੂ ਉਸ ਤਰ੍ਹਾਂ ਦੇ ਨਾਲ ਕਿਸੇ ਲੋਕਾਂ ਦੀ ਵੀ ਬੋਲੀ ਨਾ ਰਹੀ ਹੈ, ਨਾ ਅੱਜ ਵੀ ਹੈ ਨਹੀਂ। ਪਾਕਿਸਤਾਨ ਦੀ ਉਰਦੂ ਜਿਹੜੀ ਹੈ ਉਹ ਕੌਮੀ ਬੋਲੀ ਹੈ, ਤੇ ਬੜੇ ਲੋਕ ਲਿਖਾਉਂਦੇ ਵੀ ਨੇ ਵੀ ਸਾਡੀ ਮਾਂ ਬੋਲੀ ਉਰਦੂ ਹੈ, ਪਰ ਇਹ ਜਿਹੜੇ ਉਹ ਲੋਕ ਲਿਖਾਉਂਦੇ ਵੀ ਨੇ ਉਰਦੂ ਮਾਂ ਬੋਲੀ, ਜਿਹੜੇ ਪੰਜਾਬੀ ਬਲੋਚ ਦੂਜੇ ਵੀ ਨੇ, ਚਲੋ ਮੈਂ ਪੰਜਾਬੀਆਂ ਦੀ ਗੱਲ ਕਰਨਾ ਪਿਆ, ਆਪਾਂ ਪੰਜਾਬੀ ਦੀ ਗੱਲ ਕਰਨੇ ਆ, ਤਾਂ ਮੈਂ ਕਈ ਵਾਰੀ ਉਹਨਾਂ ਨੂੰ ਆਣਾ ਵੀ ਤੁਸੀਂ ਆਂਦੇ ਹੋ ਵੀ ਸਾਡੀ ਮਾਂ ਬੋਲੀ ਤੇ ਉਰਦੂ ਹੈ, ਤੁਸੀਂ ਲਿਖਾ ਵੀ ਦਿੱਤੀ ਆਪਣੇ ਜਿਹੜੇ ਨੇ ਮਰਦਮਸ਼ੁਮਾਰ ਦੇ ਵਿੱਚ, ਪਰ ਜਦੋਂ ਤੁਹਾਡੀ ਮਾਂ ਪੂਰੀ ਹੁੰਦੀ ਹੈ ਉਦੋਂ ਰੋਂਦੇ ਤੁਸੀਂ ਪੰਜਾਬੀ 'ਚ ਹੋ, ਜਦੋਂ ਤੁਹਾਡੇ ਘਰ ਪੁੱਤਰ ਜੰਮਦਾ ਤੁਸੀਂ ਲੁੱਡੀਆਂ ਤੁਸੀਂ ਜਿਹੜਾ ਪੰਜਾਬੀ 'ਚ ਪਾਉਂਦੇ ਹੋ, ਤੇ ਲਿਖਾਉਂਦੇ ਤੁਸੀਂ ਉਰਦੂ ਹੋ। तो उर्दू एक रस्मी बोली बनी, सरकारी दफ्तर दी, दरबार दी, सरकारी जे कामकाज दी एक रस्मी जी बोली जिन्होंने फॉर्मल बनी, ते लोकां दी बोली ते अज तक भी नहीं, किसी दी भी नहीं बन सकी। उस लोकां दी बोली दा मतलब यह है कि जिहड़ी आपां सहज सुभाई आले दुआले चो अपने माँ प्यो तो सिखने, उन्होंने बोलने, ਉਹਦੇ ਗਾਉਣੇ ਆ, ਨੱਚਨੇ ਆ, ਖੇਡਨੇ, ਹੱਸਨੇ ਆ। ਪਾਕਿਸਤਾਨ ਵਾਲੇ ਸਾਰੇ ਜਦੋਂ ਗਿੱਧਾ ਭੰਗੜਾ ਪਾਉਂਦੇ ਨੇ, ਸਭ ਲੁੱਡੀਆਂ ਪਾਉਂਦੇ ਨੇ, ਉਹ ਪੰਜਾਬੀ 'ਚ ਬੋਲਦੇ ਨੇ। तो उर्दू ਡਾਕਟਰ ਸਾਹਿਬ ਇੱਕ ਬੇਨਤੀ ਹੈ, ਮੈਂ ਤੁਹਾਡੀ ਗੱਲ ਟੋਕਣ ਲੱਗਾ। ਸਵਾਲ ਇਹ ਹੈ ਵੀ ਜੇ ਸਾਨੂੰ ਕੋਈ ਕੱਲ ਕਹਿਣ ਤੁਸੀਂ ਸਬੂਤ ਦਿਓ ਜੀ ਵੀ ਪੰਜਾਬੀ ਬੋਲੀ ਜ਼ਿਆਦਾ ਪੁਰਾਣੀ ਹੈ ਜਾਂ ਉਰਦੂ, ਤੁਸੀਂ ਦੱਸ ਸਕਦੇ ਵੀ ਦੋਨਾਂ ਵਿੱਚੋਂ ਜਿਹੜੀ ਵੱਡੀ ਤੇ ਛੋਟੀ ਭੈਣ ਜਿਹੜਾ ਕਹਿਣਾ ਗੁਰਦਾਸ ਮਾਨ ਦਾ ਇਹ ਠੀਕ ਹੈ ਕਿ ਨਹੀਂ? ਚਲੋ ਇਹ ਵੀ ਤੁਹਾਡਾ ਸਵਾਲ ਚੰਗਾ ਹੈ। ਪਹਿਲੀ ਗੱਲ ਤਾਂ ਇਹ ਕਿ ਪੁਰਾਣੀ ਜਾਂ ਨਵੀਂ ਹੋਣ ਨਾਲ ਬੋਲੀ ਕੋਈ ਵੱਡੀ ਜਾਂ ਛੋਟੀ ਨਹੀਂ ਹੋ ਜਾਂਦੀ ਬਹੁਤੀ, ਹੈ ਜੀ। ਉਹ ਤਾਂ ਉਸ ਬੋਲੀ ਦੀ ਕਿੰਨੋ ਵਰਤੋਂ ਹੋਈ ਹੈ, ਉਹਦਾ ਜਿਹੜਾ ਕਿੰਨਾ ਕੰਮ ਹੋਇਆ ਹੈ, ਉਹਨੂੰ ਕਿਵੇਂ ਵਰਤਿਆ ਗਿਆ ਵੱਡੇ ਕੰਮਾਂ ਵਾਸਤੇ, ਉਹਦੇ 'ਚ ਫਿਰ ਸਾਹਿਤ ਪੈਦਾ ਹੋਏਗਾ, ਗਿਆਨ ਪੈਦਾ ਹੋਏਗਾ। ਪਰ ਜੇ ਆਪਾਂ ਇਸ ਸਵਾਲ ਨੂੰ ਵੇਖਣਾ ਹੀ ਹੋਵੇ ਕਿ ਪੁਰਾਣੀ ਤੇ ਨਵੀਂ ਕਿਹੜੀ, ਉਰਦੂ ਤੇ ਪੰਜਾਬੀ 'ਚੋਂ, ਤੇ ਹਜ਼ਾਰਾਂ ਸਾਲਾਂ ਦਾ ਫਰਕ ਹੈ। ਪੰਜਾਬੀ ਤੇ ਹਜ਼ਾਰਾਂ ਸਾਲ ਪੁਰਾਣੀ ਉਰਦੂ ਨਾਲੋਂ। ਉਰਦੂ ਤੇ ਮਤਲਬ ਥੋੜੀ ਬਹੁਤ ਜਿਹੜਾ ਇਸਲਾਮੀ ਲੋਕਾਂ ਦੇ ਨਾਲ, ਜਿਵੇਂ ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ 7ਵੀਂ ਸਦੀ ਤੋਂ ਵਾਹ ਪੈਣਾ ਸ਼ੁਰੂ ਹੋਇਆ, ਔਰ ਇਹ 11ਵੀਂ ਕੁ ਸਦੀ ਤੱਕ ਥੋੜਾ ਵਧਿਆ, 12ਵੀਂ ਸਦੀ 'ਚ ਵਧਿਆ। ਤੁਹਾਨੂੰ 16ਵੀਂ ਸਦੀ ਤੱਕ ਉਰਦੂ ਦਾ ਸਾਹਿਤ ਨਹੀਂ ਮਿਲਦਾ। 16ਵੀਂ ਸਦੀ ਤੱਕ, 16ਵੀਂ ਸਦੀ ਵਿੱਚ ਆ ਕੇ ਤੁਹਾਨੂੰ ਉਰਦੂ ਦਾ ਸਾਹਿਤ ਮਿਲਣਾ ਸ਼ੁਰੂ ਹੁੰਦਾ ਹੈ। ਔਰ ਜਿਹੜਾ ਉਰਦੂ ਦਾ ਬੜਾ ਚੰਗਾ ਸਾਹਿਤ ਜਿਹਨੂੰ ਗਿਣਿਆ ਜਾਂਦਾ ਹੈ, ਜਿਵੇਂ 18ਵੀਂ 19ਵੀਂ ਸਦੀ ਦਾ, ਉਹ ਤੇ ਮਿਰਜ਼ਾ ਗਾਲਿਬ ਜਿਹੜੇ ਨੇ ਉਹ ਵੀ 18ਵੀਂ ਸਦੀ ਦੇ ਅਖੀਰ ਤੇ 19ਵੀਂ ਸਦੀ 'ਚ ਹੀ ਹੋਏ ਨੇ। ਤਾਂ ਪੰਜਾਬੀ ਤੇ ਉਰਦੂ ਤੋਂ ਬਹੁਤ ਪੁਰਾਣੀ ਹੈ, ਔਰ ਉਰਦੂ ਤੇ ਜਿਹੜੀ ਪੰਜਾਬੀ ਦੇ ਵਿੱਚੋਂ ਪੈਦਾ ਹੋਈ ਹੈ ਕਿ ਉਹ ਜਿਹੜੇ ਲੋਕ ਆਏ ਬਾਹਰੋਂ ਆਏ, ਉਹ ਆ ਕੇ ਲਾਹੌਰ 'ਚ ਰਾਜਧਾਨੀ ਬਣਿਆ, ਤੇ ਲਾਹੌਰ ਦੀ ਆਲੇ ਦੁਆਲੇ ਸਾਰੀ ਪੰਜਾਬੀ ਬੋਲੀ ਸੀ, ਤੇ ਉਹਨਾਂ ਨੇ ਇੱਕ ਬੋਲੀ ਜਿਹੜੀ ਫਾਰਸੀ ਆਪਣੀ ਸ਼ਬਦਾਵਲੀ ਲਫਾਜੀ ਸਾਰੀ ਲੈ ਕੇ ਆਏ ਸਨ, ਤਾਂ ਉਹ ਪੰਜਾਬੀ ਦੇ ਨਾਲ ਉਹਦਾ ਮਿਸ਼ਰਣ ਸ਼ੁਰੂ ਹੋਇਆ ਔਰ ਇਹ ਉਰਦੂ ਬਣਨੀ ਸ਼ੁਰੂ ਹੋਈ। ਪਰ ਲਾਹੌਰ ਕਿਉਂਕਿ ਬਹੁਤੀ ਦੇਰ ਮੁਗਲਾਂ ਦਾ ਤੇ ਜਿਹੜਾ ਪਹਿਲਾਂ ਸਲਤਨਤ, ਜਿਹੜਾ ਦਿੱਲੀ ਸਲਤਨਤ ਤੇ ਮੁਗਲ ਦਾ ਬਹੁਤੀ ਦੇਰ ਕੇਂਦਰ ਨਹੀਂ ਰਿਹਾ, ਤੇ ਉਹ ਕੇਂਦਰ ਪਹਿਲਾਂ ਦੱਖਣ ਵੱਲ ਬਣਿਆ, ਜਿਹੜਾ ਗੋਲਕੁੰਡਾ, ਤੇ ਉੱਥੇ ਉਰਦੂ ਜੀ ਲਸ਼ਕਰ ਇਧਰੋਂ ਜਾਂਦੇ ਰਹੇ, ਤੇ ਉੱਥੇ ਉਰਦੂ ਜੀ ਬਣੀ। ਪਰ ਜੋ ਕੇਂਦਰ ਜੋ ਦਿੱਲੀ ਬਣ ਗਈ, ਤਾਂ ਦਿੱਲੀ ਦੇ ਆਲੇ ਦੁਆਲੇ ਜਿਹੜੀ ਖੜੀ ਬੋਲੀ ਸੀ ਹਿੰਦੀ, ਜਿਹੜੀ ਖੜੀ ਬੋਲੀ ਦਾ ਜਿਹੜਾ ਟਕਸਾਲੀ ਰੂਪ ਆਪਾਂ ਕਹਿੰਦੇ ਆ, ਤਾਂ ਉਹ ਖੜੀ ਬੋਲੀ ਦੀ ਜਿਹੜੀ ਫਾਰਸੀ ਦੀ ਸ਼ਬਦਾਵਲੀ ਦੇ ਨਾਲ ਮਿਸ਼ਰਣ ਹੋਇਆ, ਜਾਂ ਗ੍ਰਾਫਟੀ ਕਹਿ ਲਓ, ਕਲਮ ਹੋਈ, ਤਾਂ ਉਹ ਉਰਦੂ ਬਣੀ। ਔਰ ਭਾਸ਼ਾ ਵਿਗਿਆਨੀ ਉਰਦੂ ਨੂੰ ਹਿੰਦੀ ਤੋਂ ਕੋਈ ਵੱਖਰੀ ਭਾਸ਼ਾ ਨਹੀਂ ਮੰਨਦੇ, ਬੋਲੀ ਨਹੀਂ ਮੰਨਦੇ, ਔਰ ਹੈ ਵੀ ਨਹੀਂ ਹੈ। ਕਿਉਂਕਿ ਇਹ ਸਿਰਫ ਉਰਦੂ ਤੇ ਹਿੰਦੀ ਦਾ ਜਿਹੜਾ ਫਰਕ ਹੈ, ਉਹ ਇਹ ਹੈ ਕਿ ਬੜੇ ਉਚੇਚੇ ਤੌਰ ਤੇ ਉਰਦੂ ਵਾਲੇ ਜਿਹੜੇ ਨੇ ਉਹਦੇ 'ਚ ਫਾਰਸੀ ਦੀ ਸ਼ਬਦਾਵਲੀ ਘੁਸੇੜ ਦਿੰਦੇ ਨੇ, ਪਾ ਦਿੰਦੇ ਨੇ, ਔਰ ਜਿਹੜੇ ਦੂਜੇ ਨੇ ਥੋੜਾ ਜਿਹਾ ਉਹ ਉਚੇਚੇ ਤੌਰ ਤੇ ਹਿੰਦੀ ਦੇ ਵਿੱਚ ਸੰਸਕ੍ਰਿਤ ਨੂੰਮਾ ਸ਼ਬਦਾਵਲੀ ਪਾ ਕੇ ਤੇ ਇਹਨਾਂ ਨੂੰ ਵੱਖ-ਵੱਖ ਕਰ ਦਿੰਦੇ ਨੇ। ਔਰ ਫਿੱਕੂ ਕਾਰਨਾਂ ਕਰਕੇ, ਕਿਉਂਕਿ ਉਰਦੂ ਨੂੰ ਫਾਰਸੀ ਅਰਬੀ 'ਚ ਲਿਖਿਆ, ਫਾਰਸੀ ਲਿਪੀ 'ਚ ਲਿਖਿਆ ਜਾਣ ਲੱਗਾ, ਤੇ ਹਿੰਦੀ ਜਿਹੜੀ ਦੇਵਨਾਗਰੀ 'ਚ ਸੀ ਉਹ ਫਿੱਕੂ ਕਾਰਨਾਂ ਕਰਕੇ ਲਿਪੀਆਂ ਵੱਖਰੀਆਂ ਹੋ ਗਈਆਂ। ਭਾਸ਼ਾ, ਮੈਂ ਇੱਕ ਭਾਸ਼ਾ ਵਿਗਿਆਨੀ ਹਾਂ, ਭਾਸ਼ਾ ਵਿਗਿਆਨ ਦੇ ਆਧਾਰ ਦੇ ਉੱਤੇ ਉਰਦੂ ਤੇ ਹਿੰਦੀ ਕੋਈ ਵੱਖਰੀਆਂ ਬੋਲੀਆਂ ਨਹੀਂ। ਔਰ ਹਿੰਦੀ ਵੀ ਕੋਈ ਭਾਰਤ ਦੇ ਵਿੱਚ ਬਹੁਤਾ ਪੁਰਾਣਾ ਨਹੀਂ ਸਾਹਿਤਕ ਬੋਲੀ ਬਣਦੀ ਜਾਂ ਭਾਰੂ ਬੋਲੀ ਬਣਦੀ, ਬਲਕਿ ਪੰਜਾਬੀ ਔਰ ਹੋਰ ਰਾਜਸਥਾਨੀ ਵਰਗੀਆਂ, ਭੋਜਪੁਰੀ, ਈਵਨ ਬ੍ਰਜ ਜਾਂ ਹੋਰ ਜਿਹੜੀਆਂ ਭਾਸ਼ਾਵਾਂ ਨੇ ਭਾਰਤ ਦੀਆਂ, ਹਿੰਦੀ ਤੋਂ ਬਹੁਤ ਪਹਿਲਾਂ ਉਹ ਸਾਹਿਤ ਦੀਆਂ ਜਿਹੜੀਆਂ ਨੇ ਰਸਮੀ ਭਾਸ਼ਾਵਾਂ, ਗਿਆਨ ਵਿਗਿਆਨ ਦੀਆਂ ਭਾਸ਼ਾਵਾਂ ਰਹੀਆਂ ਨੇ, ਔਰ ਹਿੰਦੀ ਦੇ ਬਾਅਦ 'ਚ ਆ ਕੇ ਬਣਦੀ ਹੈ। ਤਾਂ ਉਰਦੂ ਤੇ ਹਾਲੇ ਕੱਲ੍ਹ ਦੀ ਗੱਲ ਹੈ, ਔਰ ਉਹ ਵੀ ਅੱਜ ਵੀ ਹਾਲੇ ਉਹਨੂੰ ਉਸ ਢੰਗ ਦੇ ਨਾਲ ਇੱਕ ਭਾਸ਼ਾ ਵਜੋਂ ਚਲੋ ਹੋਰ ਕਾਰਨਾਂ ਕਰਕੇ ਲੋਕ ਕਹੀ ਜਾਂਦੇ ਨੇ, ਪਰ ਉਰਦੂ ਤੇ ਹਿੰਦੀ ਦਾ ਕੋਈ ਫਰਕ ਨਹੀਂ ਹੈ। ਸਿਰਫ ਇਹ ਹੈ ਕਿ ਉਰਦੂ ਵਾਲੇ ਥੋੜੀ ਜਿਹੀ ਸੰਸਕ੍ਰਿਤ ਦੀ, ਹੁਣ ਵੇਖੋ ਤੁਸੀਂ ਅੱਜ ਦੀਆਂ ਸਾਡੀਆਂ ਜਿਹੜੀਆਂ ਭਾਰਤ ਦੀਆਂ ਬੋਲੀਆਂ ਨਾਲ ਕੀ ਹੁੰਦਾ ਪਿਆ,
ਇੰਨੀ ਜ਼ਿਆਦਾ ਉਹਦੇ ਵਿੱਚ ਅੰਗਰੇਜ਼ੀ ਸ਼ਬਦਾਵਲੀ ਹੈ, ਹਰ ਇੱਕ ਬੋਲੀ ਚ ਆ ਰਹੀ ਹੈ। ਪੰਜਾਬੀ ਚ ਬਹੁਤ ਅੰਗਰੇਜ਼ੀ ਸ਼ਬਦਾਵਲੀ ਆ ਗਈ ਹੈ। ਤਾਂ ਉਹਦੇ ਨਾਲ ਕੋਈ ਜਿਹੜੀ ਪੰਜਾਬੀ ਅੰਗਰੇਜ਼ੀ ਭਾਸ਼ਾ ਦੀ ਮਾਂ ਜਾਂ ਧੀ ਜਾਂ ਭੈਣ ਤਾਂ ਨਹੀਂ ਨਾ ਬਣ ਜਾਂਦੀ। ਜਿਹੜੀ ਭਾਸ਼ਾ ਉਹ ਤੇ ਉਹਦੀ ਵਿਆਕਰਣ ਹੈ, ਗ੍ਰਾਮਰ ਹੈ, ਉਹਦੀ ਜਿਹੜੀ ਬਿਲਕੁਲ ਵਿਆਕਰਣ, ਉਹਦੀ ਭਾਸ਼ਾਈ ਜਿਹੜੀ ਸੰਰਚਨਾ ਬਣਤਰ ਹੈ, ਸਟਰਕਚਰ ਹੈ ਉਹਦੀ। ਤੇ ਜੇ ਤੁਸੀਂ ਉਸ ਪੱਖੋਂ ਵੇਖੋ ਤਾਂ ਉਰਦੂ ਤੇ ਹਿੰਦੀ ਇੱਕੋ ਹੀ ਹੈ। ਉਰਦੂ ਕੀ ਹੈ? ਹਿੰਦੀ ਵਿਆਕਰਣ ਔਰ ਉਹਦੇ ਵਿੱਚ ਫਾਰਸੀ ਸ਼ਬਦਾਵਲੀ, ਔਰ ਫਾਰਸੀ ਅਰਬੀ ਸ਼ਬਦਾਵਲੀ ਦਾ ਕੋਈ ਪੁੱਠ ਦੇ ਕੇ ਉਹ ਉਰਦੂ ਹੈ। ਤੇ ਜਿਹੜੀ ਅਸੀਂ ਭਾਸ਼ਾ ਤੈਅ ਕਰਨੇ ਆ ਕਿ ਕੀ ਬੋਲੀ ਹੈ, ਕਿਹਦੇ ਨਾਲ ਸੰਬੰਧ ਹੈ, ਉਹ ਤੇ ਅਸੀਂ ਉਹਦੇ ਵਿਆਕਰਣ ਦੇ ਆਧਾਰ ਤੇ ਕਰਨੇ ਆ। ਤੇ ਉਰਦੂ ਬੜੀ ਉਹ ਠੀਕ ਹੈ, ਗਲਬਾ ਰਿਹਾ ਉਰਦੂ ਦਾ। ਤੇ ਉਹਦੇ ਕਰਕੇ ਉਰਦੂ ਜਿਹੜੀ ਇਲੀਟ ਸੀ, ਮੈਂ ਉਹਨਾਂ ਨੂੰ ਅਟਾਰੀ ਸ਼ਾਹ ਵਰਗ ਕਹਿੰਦਾ, ਜਿਹੜਾ ਉੱਚੀਆਂ ਅਟਾਰੀਆਂ 'ਚ ਰਹਿਣ ਵਾਲਾ, ਤੇ ਉਹਨੇ ਉਰਦੂ ਨੂੰ ਅਪਣਾ ਲਿਆ ਕਿਉਂਕਿ ਸੱਤਾ ਦੀ ਭਾਸ਼ਾ ਸੀ, ਦਰਬਾਰ ਦੀ ਬੋਲੀ ਸੀ, ਉਹਦੇ ਨਾਲ ਲਾਭ ਹੁੰਦੇ ਸਨ। ਸਰਕਾਰੀ ਦੁਆਰੇ ਤੁਹਾਨੂੰ ਇਨਾਮ ਮਿਲਦੇ ਸੀ, ਤੁਹਾਨੂੰ ਸਾਡਾ ਸੀ ਮਾਨ ਤਾਨ ਹੁੰਦਾ ਸੀ। ਤੇ ਹੁੰਦਾ ਹੀ ਹੈ, ਹੁਣ ਹਮੇਸ਼ਾ ਹੀ ਇਤਿਹਾਸ ਹੁੰਦਾ ਹੈ। ਤੇ ਉਹ ਬਣ ਗਈ। ਤੇ ਉਰਦੂ ਦਾ ਤੁਸੀਂ ਵੇਖੋ, ਮਤਲਬ ਮੈਂ ਕਹਿੰਦਾ ਕਿ ਮੈਂ ਬੜਾ ਸਤਿਕਾਰ ਕਰਨਾ ਵਾ ਫੈਜ਼ ਅਹਿਮਦ ਫੈਜ਼ ਨੇ, ਇਕਬਾਲ ਸਾਹਿਬ ਨੇ, ਕਿੱਡੇ ਵੱਡੇ ਸ਼ਾਇਰ ਹੋਏ ਨੇ। ਪਰ ਤੁਸੀਂ ਪੰਜਾਬ ਦੇ, ਭਾਰਤੀ ਪੰਜਾਬ ਦੀ ਤਾਂ ਗੱਲ ਹੀ ਛੱਡੋ, ਤੁਸੀਂ ਪਾਕਿਸਤਾਨੀ ਪੰਜਾਬ ਦੇ ਜਾ ਕੇ ਕਿਸੇ ਪਿੰਡ 'ਚ ਪੁੱਛੋ ਵੀ ਤੁਸੀਂ ਫੈਜ਼ ਸਾਹਿਬ ਨੂੰ ਜਾਣਦੇ ਹੋ, ਤੁਸੀਂ ਇਕਬਾਲ ਸਾਹਿਬ ਨੂੰ ਜਾਣਦੇ ਹੋ, ਤੇ ਬਹੁਤੇ ਆਖਣਗੇ ਅਸੀਂ ਤੇ ਜਾਣਦੇ ਨਹੀਂ, ਬੰਦੇ ਕੌਣ ਨੇ। ਤਾਂ ਉਹ ਜੇ ਤੁਸੀਂ ਪੁੱਛੋ ਵੀ ਵਾਰਿਸ ਸ਼ਾਹ ਨੂੰ ਜਾਣਦੇ ਹੋ, ਬਾਬਾ ਬੁੱਲੇ ਸ਼ਾਹ ਨੂੰ ਜਾਣਦੇ ਹੋ, ਬਾਬਾ ਫਰੀਦ ਨੂੰ ਜਾਣਦੇ ਹੋ, ਤੇ ਪੰਜਾਬ ਦਾ ਬੱਚਾ ਜਾਣਦਾ, ਚਾਹੇ ਉਹ ਪਾਕਿਸਤਾਨ ਹੋਵੇ ਤੇ ਚਾਹੇ ਉਹ। ਵਜ੍ਹਾ ਕੀ ਹੈ? ਵਜ੍ਹਾ ਇਹ ਵੇ ਕਿ ਉਰਦੂ ਜਿਹੜੀ ਹੈ ਉਹ ਰਸਮੀ ਜੀ ਬੋਲੀ ਇੱਕ ਅਟਾਰੀ ਸ਼ਾਹ ਜਮਾਤ ਦੀ ਜਿਹੜੀ ਉਚੇਰੇ ਵਰਗ ਦੀ ਬਣੀ ਰਹੀ। ਪਰ ਜਦੋਂ ਜੋ ਉਸ ਵਰਗ ਦਾ ਗਲਬਾ ਟੁੱਟਿਆ ਔਰ ਸਾਡੀਆਂ ਆਪਣੀਆਂ ਬੋਲੀਆਂ ਨੇ ਆਪਣੇ ਜਿਹੜੀ ਥਾਂ ਮਿਲਣੀ ਸ਼ੁਰੂ ਕੀਤੀ, ਤਾਂ ਉਹ ਹੁਣ ਘਟੀ ਜਾਂਦੀ ਹੈ। ਹੁਣ ਆ ਜਿਹੜੇ ਨੇ ਆਪਣੇ ਐਡੇ ਵੱਡੇ ਜਿਨ੍ਹਾਂ ਦਾ ਮੈਂ ਆਦਰ ਵੀ ਕਰਨਾ, ਫੈਜ਼ ਸਾਹਿਬ ਨੇ, ਇਕਬਾਲ ਸਾਹਿਬ ਨੇ, ਤੇ ਯੂਨੀਵਰਸਿਟੀਆਂ ਦੇ ਜਿਹੜੇ ਪ੍ਰੋਫੈਸਰ ਹਨ ਤੋਂ ਇਲਾਵਾ ਉਹਨੇ ਨਾ ਉਹਨਾਂ ਦੀ ਸ਼ਾਇਰੀ ਜਾਣਦਾ। ਤੇ ਉਹਦੀ ਵਜ੍ਹਾ ਹੈ ਕਿ ਉਹ ਸ਼ਾਇਰੀ ਜਿਹੜੀ ਹੈ ਆਮ ਲੋਕ ਬੋਲੀ ਤੋਂ ਇੰਨੀ ਦੂਰ ਹੈ, ਉਹਦੇ ਵਿੱਚ ਉਚੇਚੇ ਤੌਰ ਤੇ ਫਾਰਸੀ ਜਿਹੜੀ ਜੜੀ ਗਈ ਹੈ ਵਾਹਵਾ, ਇਸ ਕਰਕੇ ਲੱਗੇ ਵੀ ਬੰਦੇ ਕਿਸੇ ਵੱਡੇ ਸ਼ਾਇਰ ਨੇ ਲਿਖਿਆ ਹੋਇਆ। ਤੇ ਉਹ ਜਿੰਨੀ ਉਹਦੇ ਫਾਰਸੀ ਜੜਦੇ ਨੇ ਉਨੀ ਉਹ ਲੋਕਾਂ ਤੋਂ ਦੂਰ ਹੋ ਜਾਂਦੀ ਹੈ, ਤੇ ਉਹਨੂੰ ਲੋਕ ਜਿਹੜੇ ਪ੍ਰਵਾਨ ਵੀ ਨਹੀਂ ਕਰਦੇ। ਤੇ ਉਰਦੂ ਬੜੀ ਇੱਕ ਰਸਮੀ ਜੀ ਨਵੀਂ ਬੋਲੀ ਬਣੀ ਹੈ, ਔਰ ਉਹ ਹਾਲੇ ਵੀ, ਮਾਫ ਕਰਨਾ ਮੈਂ ਉਰਦੂ ਵਾਲਿਆਂ ਨੂੰ ਮਾਫੀ ਮੰਗ ਕੇ ਗੱਲ ਕਹਿਣਾ, ਪਰ ਮੈਂ ਭਾਸ਼ਾ ਵਿਗਿਆਨੀ ਹਾਂ, ਮੇਰੀ ਜ਼ਿੰਮੇਵਾਰੀ ਬਣਦੀ ਹੈ ਕਿ ਜੋ ਗੱਲ ਸਹੀ ਹੈ ਉਹਨੂੰ ਵਿਗਿਆਨਕ ਆਧਾਰ ਤੇ ਕੀਤਾ ਜਾਏ, ਨਾ ਕਿ ਕਿਸੇ ਦੀ ਭਾਵਨਾ ਦਾ ਧਿਆਨ ਰੱਖ ਕੇ ਮੈਂ ਮੂੰਹ ਰਖਾਈ ਕਰਾਂ। ਤੇ ਉਰਦੂ ਅੱਜ ਵੀ ਕਿਸੇ ਲੋਕਾਂ ਦੀ ਬੋਲੀ ਉਸ ਤਰ੍ਹਾਂ ਨਾਲ ਨਹੀਂ ਬਣ ਸਕੀ ਜਿਵੇਂ ਕੋਈ ਵੀ ਬੋਲੀ ਲੋਕਾਂ ਦੀ ਬੋਲੀ ਹੁੰਦੀ ਹੈ, ਜਿਵੇਂ ਪੰਜਾਬੀ ਹੈ ਜਾਂ ਹਿੰਦੀ ਹੈ ਖਿੱਤੇ ਦੀ, ਰਾਜਸਥਾਨੀ ਹੈ ਜਾਂ ਬਲੋਚੀ ਹੈ ਜਾਂ ਸਿੰਧੀ ਹੈ ਜਾਂ ਪਸ਼ਤੋ ਹੈ ਜਾਂ ਇਸ ਤਰ੍ਹਾਂ। ਅੱਛਾ, ਇਹ ਸਵਾਲ ਇਹ ਬਣਦਾ ਜੀ ਵੀ ਜਿਵੇਂ ਪਹਿਲੇ ਕਹਿਣਗੇ ਜਦੋਂ ਗੁਰਦਾਸ ਮਾਨ ਨੇ ਕਿਹਾ ਸੀ ਪੰਜਾਬੀ ਜਿਹੜੀ ਹੈ ਮਾਸੀ ਹੈ ਹਿੰਦੀ ਦੀ, ਉਦੋਂ ਮਾਸੀ ਕਹਿਣਾ ਤੇ ਹੁਣ ਛੋਟੀ ਭੈਣ ਕਹਿਣਾ। ਇਹ ਦੱਸੋ ਵੀ ਗੁਰਦਾਸ ਮਾਨ ਵਿਦਵਾਨ ਗਾਇਕ ਨੇ, ਇਹ ਦੱਸੋ ਵੀ ਇਹ ਜਾਣ ਬੁੱਝ ਕੇ ਹੈ, ਸਿਆਸਤ ਤੋਂ ਪ੍ਰੇਰਿਤ ਹੈ, ਜਾਂ ਫਿਰ ਉਹਨਾਂ ਦੀ ਇਹ ਨਿਆਣਮਤ ਹੈ? ਦੋਵੇਂ ਗੱਲਾਂ ਨੇ, ਦੋਵੇਂ ਗੱਲਾਂ। ਇਹਨੇ ਗਾਇਕ ਨੇ, ਵਿਦਵਾਨ ਤੇ ਮੈਂ ਨਹੀਂ ਚਾਹਾਂਗਾ ਉਹਨਾਂ ਨੂੰ ਭਾਸ਼ਾ ਦਾ ਕਹਾਂ ਕਿ ਉਹ ਵਿਦਵਾਨ ਨੇ ਔਰ ਭਾਸ਼ਾ ਦੀ ਬੋਲੀ ਬਾਰੇ ਕੁਝ ਜਾਣਦੇ ਨੇ। ਜੇ ਜਾਣਦੇ ਹੁੰਦੇ ਤੇ ਇਹੋ ਜਿਹੇ ਬਿਆਨ ਨਹੀਂ ਸੀ ਦਿੰਦੇ। ਜਿਹੜੇ ਉਹਨਾਂ ਮਾਸੀ ਦੀ ਗੱਲ ਕੀਤੀ ਸੀ ਉਹਦੇ 'ਚ ਇੱਕ ਤੇ ਉਹਨਾਂ ਦੀ ਅਗਿਆਨਤਾ ਵੀ ਸੀ, ਤੇ ਦੂਜੀ ਗੱਲ ਜਿਹੜੀ ਹੈ ਉਹ ਜਿਹੜੀ ਗੱਲ ਨਾਲ ਲਾਭ ਜੇ ਹੁੰਦੇ ਹੋਣ ਨਾ, ਸੱਤਾ ਦੇ ਤੁਸੀਂ ਵਹੀ 'ਚ ਤੁਹਾਡਾ ਨਾਂ ਚੰਗਾ ਲਿਖਿਆ ਜਾਏ ਔਰ ਉਹਦੇ ਨਾਲ ਬੜੇ ਨਾਮ ਸ਼ਨਾਮ ਸਾਰਾ ਕੁਛ ਹੀ ਹੈ, ਚੈਨਲ ਹੀ ਬੜਾ ਚਲਾਉਂਦੇ ਨੇ, ਫਿਰ ਉਹਨੂੰ ਦੂਜੇ ਨੂੰ ਤਾਂ ਸੁਣਾਉਂਦਾ ਹੀ ਨਹੀਂ, ਤਾਂ ਉਹ ਸੌਖਾ ਹੋ ਜਾਂਦਾ ਹੈ ਨਾ। ਤਾਂ ਉਹ ਮੈਂ ਸਮਝਦਾ ਕਿ ਮੈਂ ਹੁਣ ਇਸ ਗੱਲ ਦਾ ਮੇਰੇ ਕੋਲ ਉਸ ਤਰ੍ਹਾਂ ਦਾ ਪ੍ਰਮਾਣ ਨਹੀਂ ਕਿ ਮੈਂ ਇਹਨਾਂ ਦੋਵਾਂ ਚੋਂ ਕਹਾਂ ਵੀ ਆਹ ਗੱਲ ਹੈ, ਤੇ ਇਸ ਕਰਕੇ ਮੈਂ ਕਿਆਸ ਹੀ ਕਰ ਸਕਦਾ ਵਾਂ। ਤੇ ਮੈਨੂੰ ਲੱਗਦਾ ਕਿ ਦੋਵੇਂ ਗੱਲਾਂ ਨਹੀਂ, ਉਹਨਾਂ ਦੀ ਅਗਿਆਨਤਾ ਵੀ ਹੈ, ਉਹਦੇ ਵਿੱਚ ਜਾਣਕਾਰੀ ਦੀ ਘਾਟ ਵੀ ਹੈ, ਤੇ ਉਹਦੇ ਵਿੱਚ ਇੱਕ ਲਾਭ ਦਾ ਇੱਕ ਲਾਲਚ ਜਿਹਾ ਵੀ ਹੈ, ਇਹ ਵੀ ਹੈ। ਦੂਜੀ ਗੱਲ ਜਿਹੜੀ ਤੁਸੀਂ ਕੀ ਕਹੀ ਸੀ, ਮਾਫ ਕਰੋ। ਮੈਂ ਇਹ ਪੁੱਛਣਾ ਚਾਹੁੰਦਾ ਵੀ ਲੋਕੀ ਕਹਿਣਗੇ ਪਹਿਲੇ ਤੁਸੀਂ ਹਿੰਦੀ ਦੇ ਨਾਲ ਵਿਵਾਦ ਹੁਣ ਪੈਣ ਗਿਆ ਹਾਂਜੀ, ਤੇ ਹੁਣ ਤੁਸੀਂ ਉਰਦੂ ਨੂੰ ਤਾਂ ਬਖਸ਼ ਦਿਓ, ਉਰਦੂ ਨੂੰ ਵੀ ਤੁਸੀਂ ਇਹਦਾ ਵਿਵਾਦ ਬਣਾ ਰਹੇ। ਇਹ ਆਪਾਂ ਉਰਦੂ ਨਾਲ ਵਿਵਾਦ ਨਹੀਂ ਬਣਾ ਰਹੇ, ਅਸੀਂ ਸਿਰਫ ਜਾਣਕਾਰੀ ਹਿੱਤ ਤੁਹਾਡੇ ਇਸ ਗਿਆਨ ਲੈਣਾ ਸੀ, ਤੁਹਾਡੇ ਕੋਲ ਜਾਣਕਾਰੀ ਲੈਣੀ ਸੀ ਕਿ ਵਾਕਿਆ ਹੀ ਉਰਦੂ ਜਿਹੜੀ ਵੱਡੀ ਭੈਣ ਹੈ ਜਾਂ ਨਹੀਂ। ਉਰਦੂ ਵੱਡੀ ਭੈਣ ਇਸ ਕਰਕੇ ਬਣ ਗਈ ਕਿਉਂਕਿ ਉਰਦੂ ਵਾਲਿਆਂ ਦਾ ਰਾਜ ਸੀ, ਉਰਦੂ ਨੂੰ ਜਿਹੜੀ ਸੀ ਸਰਪ੍ਰਸਤੀ ਮਿਲੀ ਸੱਤਾ ਦੀ। ਤੇ ਇਹ ਮਤਲਬ ਅੰਗਰੇਜ਼ੀ ਦੀ ਗੱਲ ਕਰ ਰਿਹਾ ਜਿਹਦਾ ਇੰਨਾ ਗਲਬਾ ਸਾਰੀ ਦੁਨੀਆ ਦੇ ਵਿੱਚ। ਵੇਖੋ ਇਹਨੂੰ 400 ਸਾਲ ਪਹਿਲਾਂ ਗਵਾਰਾਂ ਦੀ ਬੋਲੀ ਆਉਂਦੇ ਸਨ, ਹਾਂਜੀ। ਔਰ ਜਿਹੜੇ ਇੰਗਲੈਂਡ ਦੇ ਰਾਜਕੁਮਾਰ ਹੁੰਦੇ ਹਨ ਉਹ ਪੈਰਿਸ ਜਾਂ ਰੋਮ ਜਾਂਦੇ ਹੁੰਦੇ ਸੀ ਇਟਾਲੀਅਨ ਜਾਂ ਇਤਾਲਵੀ ਭਾਸ਼ਾ ਜਾਂ ਫਰਾਂਸੀਸੀ ਸਿੱਖਣ, ਪਰ ਉਹਨਾਂ ਦਾ ਗਲਬਾ ਹੋ ਗਿਆ, ਸੱਤਾ ਆ ਗਈ, ਤੇ ਉਹ ਅੰਗਰੇਜ਼ੀ ਜਿਹੜੀ ਉਹ ਸਾਰਿਆਂ ਦੀ ਵੱਡੀ ਭੈਣ ਬਣ ਗਈ। ਪਰ ਉਹਨਾਂ ਨੇ ਅੱਜ ਇਹ ਕਿਵੇਂ ਗਾਤਾ ਵੀ ਉਰਦੂ ਜਿਹੜੀ ਹੈ ਉਹ ਵੱਡੀ ਭੈਣ ਹੈ? ਅੱਜ ਤੱਕ ਉਰਦੂ ਦਾ ਗਲਬਾ ਵੀ ਹੈ ਨਹੀਂ ਪੰਜਾਬ ਦੇ ਉੱਤੇ। ਕੁਛ ਵੀ ਨਹੀਂ, ਉਰਦੂ ਤਾਂ ਹੈ ਹੀ ਨਹੀਂ ਕਿਧਰੇ, ਮੈਨੂੰ ਤਾਂ ਦਿਸਦੀ ਨਹੀਂ ਹੈ। ਪਾਕਿਸਤਾਨ ਦੇ ਪੰਜਾਬ ਦੇ ਵਿੱਚ
ਉਹਨਾਂ ਦੇ ਹਾਂਜੀ। ਗਾਣ ਦਾ ਮਤਲਬ ਕੀ ਹੈ ਵੀ ਇਹ ਕਿਉਂ ਗਾਤਾ ਉਹਨਾਂ ਨੇ, ਵੀ ਇਹ ਕਿਵੇਂ ਕਹਿ ਦੇ ਵੀ ਛੋਟੀ ਭੈਣੇ ਸੁਣ ਮੇਰੀ। ਨਹੀਂ, ਉਹ ਗਲਬਾ ਜਿਹੜਾ ਦਿਮਾਗਾਂ ਦੇ ਉੱਤੇ ਪਿਆ ਹੋਇਆ ਹੈ ਨਾ, ਹਾਲੀ ਜੀ। ਜਿਹੜੇ ਅਸੀਂ ਆਜ਼ਾਦ ਤੇ ਹੋ ਗਏ, ਰਾਸ਼ਟਰੀ ਆਜ਼ਾਦੀ ਜਿਵੇਂ ਕਿਵੇਂ ਦੀ ਮਿਲੀ, ਮਿਲ ਤੇ ਗਈ ਹੈ, ਪਰ ਇਹ ਜਿਹੜੇ ਸਾਮਰਾਜੀ ਮੁਲਕ ਨੇ ਨਾ, ਖਾਸ ਤੌਰ ਤੇ ਦੱਖਣੀ ਏਸ਼ੀਆ ਹੈ, ਇਹ ਦਿਮਾਗੀ ਤੌਰ ਤੇ ਹਾਲੀ 100% ਦੀ ਗੁਲਾਮ ਹੈ। ਇਹ ਹਾਲੀ ਉਸ ਜਿਹੜੀ ਗੁਲਾਮੀ, ਸੱਭਿਆਚਾਰੀ ਗੁਲਾਮੀ, ਰਾਸ਼ਟਰੀ ਗੁਲਾਮੀ, ਜਿਹੜੀ ਦਰਸ਼ ਚਿੰਤਨ ਦੀ ਗੁਲਾਮੀ, ਦਿਮਾਗੀ ਗੁਲਾਮੀ ਜਿਹਨੂੰ ਮੋਟੇ ਤੌਰ ਤੇ ਆਪਾਂ ਕਹਿ ਦਿੰਦੇ ਹਾਂ, ਉਹਦੇ ਚੋਂ ਹਾਲੇ ਨਿਕਲਿਆ ਨਹੀਂ ਹੈ। ਇਹਨੂੰ ਹਾਲੇ ਪਤਾ ਨਹੀਂ ਹੈ ਕਿ ਸਾਡੀਆਂ ਭਾਸ਼ਾ ਦੀ ਤਾਕਤ ਕੀ ਹੈ, ਪੰਜਾਬੀ ਦੀ ਤਾਕਤ ਕੀ ਹੈ, ਰਾਜਸਥਾਨੀ ਦੀ ਤਾਕਤ ਕੀ ਹੈ, ਜਾਂ ਤਮਿਲ ਦੀ ਤਾਕਤ ਕੀ ਹੈ, ਹਿੰਦੀ ਦੀ ਤਾਕਤ ਕੀ ਹੈ, ਹਿੰਦੀ ਲੋਕਾਂ ਦੀ ਜਿੱਥੇ ਉਹ ਬੋਲੀ ਜਾਂਦੀ ਹੈ, ਬੰਗਾਲੀ ਦੀ ਤਾਕਤ ਕੀ ਹੈ। ਤੋ ਇਹ ਹਾਲੇ ਉਹ ਦਿਮਾਗੀ ਗੁਲਾਮੀ ਦੇ ਵਿੱਚੋਂ ਨਿਕਲੇ ਨਹੀਂ ਹਨ। ਔਰ ਕਿਉਂਕਿ ਆਜ਼ਾਦੀ ਤੋਂ ਬਾਅਦ ਵੀ ਜਿਹੜਾ ਗਲਬਾ, ਜਿਹੜਾ ਸਾਡੀਆਂ ਬੋਲੀਆਂ ਨੂੰ ਥਾਂ ਕੋਈ ਮਾੜੀ ਮੋਟੀ ਮਿਲੀ, ਉਹ ਵੀ ਲੋਕਾਂ ਦੇ ਦਬਾਅ ਦਬੂ ਨਾਲ, ਪਰ ਉਹ ਵੀ ਹੁਣ ਖੁਰਨੀ ਸ਼ੁਰੂ ਹੋ ਗਈ ਹੈ। ਪਿਛਲੇ 30 ਕੁ ਸਾਲਾਂ ਤੋਂ ਜਿਹੜੀ ਸਭ ਤੋਂ ਜਿਹੜਾ ਸੰਵੇਦਨਸ਼ੀਲ ਖੇਤਰ, ਨਾਜ਼ੁਕ ਖੇਤਰ ਹੈ ਉਹ ਸਿੱਖਿਆ ਦਾ, ਤਾਂ ਉਹ ਹੁਣ ਪੰਜਾਬ ਦੇ ਇਸ ਟਾਈਮ 50% ਜਿਹੜੇ ਬਾਲ ਨੇ ਉਹ ਅੰਗਰੇਜ਼ੀ ਮਾਧਿਅਮ ਵਿੱਚ ਪੜ੍ਹਦੇ ਨੇ। ਤੇ ਇਹ ਜਿਹੜੇ 50% ਪੜ੍ਹਦੇ ਨੇ, ਇਹਨਾਂ ਨੂੰ ਤਾਂ ਅੰਗਰੇਜ਼ ਆਖਣਾ ਚਾਹੀਦਾ, ਕਿਉਂਕਿ ਜਦੋਂ 10ਵੀਂ 12ਵੀਂ ਕਰ ਜਾਣਗੇ, ਇਹਨਾਂ ਨੂੰ ਅੰਗਰੇਜ਼ੀ ਪੰਜਾਬੀ ਨਾਲੋਂ ਵੱਧ ਆਉਣੀ ਹੈ, ਉਨੀ ਭਾਵੇਂ ਅੰਗਰੇਜ਼ੀ ਵੀ ਬਹੁਤੀ ਨਹੀਂ। ਤੋ ਇਹ ਜਿਹੜਾ ਇਸ ਤਰ੍ਹਾਂ ਦਾ ਗਲਬਾ, ਉਹ ਦਿਮਾਗੀ ਗੁਲਾਮੀ ਹਾਲੇ ਬਹੁਤ ਕਾਇਮ ਹੈ। ਔਰ ਉਹਦੀ ਵਜ੍ਹਾ ਇਹ ਆ ਕਿ ਦਿਮਾਗੀ ਗੁਲਾਮੀ ਜਿਹੜੀ ਹੈ ਉਹ ਤੁਹਾਡੇ ਕੌਮੀ ਅੰਦੋਲਨ ਕਰਦੇ ਨੇ। ਕੌਮੀ ਅੰਦੋਲਨ ਜਿਹੜੇ ਨੇ, ਕੌਮੀ ਭਾਵਨਾ, ਤੁਹਾਡੀ ਕੌਮ ਦੀ ਬੋਲੀ, ਤੁਹਾਡੇ ਕੌਮ ਦਾ ਇਤਿਹਾਸ, ਪਰ ਭਾਰਤ ਦੇ ਵਿੱਚ ਤੇ ਕੌਮੀ ਅੰਦੋਲਨ ਹਾਲੀ ਆ ਦੱਖਣੀ ਏਸ਼ੀਆ 'ਚ ਕਿਧਰੇ ਵੀ ਹੋਇਆ ਹੀ ਨਹੀਂ ਹੈ ਕੋਈ। ਹਾਂਜੀ, ਕੌਮੀ ਅੰਦੋਲਨ ਹੁੰਦੇ ਤੇ ਪੰਜਾਬੀ ਕੌਮ ਦਾ ਅੰਦੋਲਨ ਹੁੰਦਾ, ਰਾਜਸਥਾਨੀ ਕੌਮ ਦਾ ਅੰਦੋਲਨ ਹੁੰਦਾ, ਤਮਿਲ ਕੌਮ ਦਾ ਅੰਦੋਲਨ ਹੁੰਦਾ। ਤੇ ਉਹ ਜਿਹੜੇ ਅੰਦੋਲਨ ਸੀ ਨਾ, ਤੇ ਪਹਿਲਾਂ ਮੁਗਲਾਂ ਨੂੰ ਵਾਰਾ ਖਾਂਦੇ ਸੀ, ਮੁਗਲਾਂ ਨੂੰ ਵੀ ਇਹ ਗੱਲ ਵਾਰਾ ਖਾਂਦੀ ਸੀ ਕਿ ਸਾਰਾ ਜਿਹੜਾ ਆ ਇਹ ਮਾਮਲਾ ਫਿਰਕੂ ਬਣਿਆ ਰਹੇ, ਤੇ ਹਿੰਦੂ ਮੁਸਲਿਮ ਦੇ ਨਾਂ ਤੇ, ਅਸੀਂ ਮੁਸਲਮਾਨ ਦੇ ਨਾਂ ਤੇ ਰਾਜ ਕਰਦੇ ਰਹੀਏ ਮੁਸਲਮਾਨ ਨਾਲ। ਤੇ ਆਜ਼ਾਦੀ ਤੋਂ ਬਾਅਦ ਜਿਹੜਾ ਆ, ਪਹਿਲਾਂ ਅੰਗਰੇਜ਼ਾਂ ਨੇ ਆ ਕੇ ਹੋਰ ਡੂੰਘਾ ਕੀਤਾ ਫਿਰਕੂ ਮਾਮਲਾ। ਉਹਨਾਂ ਨੂੰ ਲੱਗਾ ਕਿ ਜੇ ਲੋਕਾਂ ਦੇ ਅੰਦਰ ਕੌਮੀ ਭਾਵਨਾਵਾਂ ਜਾਗ ਪਈਆਂ, ਪੰਜਾਬੀ ਭਾਵਨਾ ਜਾਗ ਪਈ, ਤਮਿਲ ਜਾਗ ਪਈ, ਰਾਜਸਥਾਨੀ ਜਾਗ ਪਈ, ਜਾਂ ਜਿਹੜੀ ਹੈ ਇਹ ਹਿੰਦੀ ਤੱਕ ਵੀ, ਜਿਹੜਾ ਹਿੰਦੀ ਦਾ ਖੇਤਰ ਜਾਗ ਪਈ, ਤਾਂ ਉਹ ਫਿਰ ਇਹ ਭਾਵਨਾ ਇੰਨੀ ਡੂੰਘੀ ਔਰ ਡਾਢੀ ਹੁੰਦੀ ਹੈ, ਇਹਦੇ ਨਾਲ ਫਿਰ ਅੰਗਰੇਜ਼ਾਂ ਨੂੰ ਸਾਹਮਣਾ ਮੁਸ਼ਕਲ ਹੋ ਜਾਏਗਾ ਭਾਰਤ ਨੂੰ। ਤੇ ਉਹਨਾਂ ਨੇ ਸਾਰੇ ਕਾਸ ਦਾ ਇਲਾਜ ਜਿਹੜਾ ਭਾਰਤ ਦੇ ਫਿਰਕੂ ਕਰਨ 'ਚ ਲੱਭਿਆ, ਕਿ ਲੋਕਾਂ ਨੂੰ ਪੰਜਾਬੀ ਨਾ ਰਹਿਣ ਦਿਓ, ਉਹਨਾਂ ਕੋਲ ਤੁਸੀਂ ਜਾਂ ਤਾਂ ਸਿੱਖ ਹੋ, ਜਾਂ ਹਿੰਦੂ ਹੋ, ਜਾਂ ਮੁਸਲਮਾਨ ਹੋ, ਤੇ ਰਾਜਸਥਾਨ ਵਾਲਿਆਂ ਤੋਂ ਰਾਜਸਥਾਨੀ ਨਾ ਰਹਿਣ ਦਿਓ। ਔਰ ਇਸ ਕੰਮ ਦੇ ਵਿੱਚ ਇਕੱਲੇ ਅੰਗਰੇਜ਼ ਤੇ ਮੁਗਲ ਹਾਕਮ ਹੀ ਨਹੀਂ, ਭਾਰਤ ਦੀ ਜਿਹੜੀ ਉਸ ਟਾਈਮ ਦੀ ਇਲੀਟ ਸੀ, ਜਿਹੜੀ ਅਟਾਰੀ ਸ਼ਾਹ ਉੱਚ ਵਰਗ ਹੈ, ਉਹ ਵੀ ਉਹਨਾਂ ਦੇ ਨਾਲ ਰਲਿਆ, ਕਿ ਉਹਨਾਂ ਦਾ ਆਪਣਾ ਹਿੱਤ ਸੀ। ਅੰਗਰੇਜ਼ਾਂ ਵੇਲੇ ਤੇ ਦਿਸਦਾ ਸੀ ਕਿ ਜਿਹੜੀ ਭਾਰਤੀ ਇਲੀਟ ਹੈ, ਭਾਰਤੀ ਅਟਾਰੀ ਸ਼ਾਹ ਵਰਗਿਆਂ ਨੂੰ ਦਿਸਦਾ ਸੀ ਵੀ ਕੱਲ ਨੂੰ ਅੰਗਰੇਜ਼ਾਂ ਨੇ ਟੁੱਟ ਜਾਣਾ, ਤਾਂ ਮਾਲਕ ਅਸੀਂ ਭਾਰਤ ਦੇ ਬਣਨਾ ਹੈ। ਤੇ ਉਹ ਉਸ ਭਾਰਤ ਦੇ ਮਾਲਕ ਬਣਨਾ ਚਾਹੁੰਦੇ ਹਾਂ, ਜਿਵੇਂ ਦਾ ਅੰਗਰੇਜ਼ਾਂ ਨੇ ਬਣਾਇਆ ਸੀ, ਹੱਦਾਬੰਦੀਆਂ ਬਣਾਈਆਂ ਸਨ। ਤੇ ਉਹ ਚਾਹੁੰਦੇ ਕਿ ਭਾਰਤੀ ਕੌਮ ਜਿਹੜਾ ਹੈ, ਉਹ ਗੱਲ ਹਾਲੇ ਤੱਕ ਵੀ ਉਹੀ ਹੁੰਦੀ ਹੈ। ਤੇ ਜਿਹੜੀ ਭਾਰਤ ਦੇ ਵਿੱਚ ਕੌਮਾਂ ਦੀ ਗੱਲ ਹੈ, ਕੌਮੀਅਤਾਂ ਨੇ, ਉਹ ਗੱਲ ਹਾਲੇ ਹੁੰਦੀ ਨਹੀਂ। ਕੁਝ ਹੁਣ ਥੋੜੀ ਸ਼ੁਰੂ ਹੋਈ ਆ, ਤੁਸੀਂ ਵੇਖਦੇ ਹੋ ਖੇਤਰੀ ਜਿਹੜੀਆਂ ਦਾਲਵੀ ਨੇ, ਜਿਵੇਂ ਦੇ ਮਾੜੇ ਚੰਗੇ ਹੈ ਨੇ, ਤਾਂ ਕਾਫੀ ਵੋਟਾਂ ਉਹਨਾਂ ਨੂੰ ਮਿਲ ਰਹੀਆਂ ਨੇ, ਭਾਵਨਾ ਵੀ ਹੈ ਜਿਹੜੀ ਹੈ ਲੋਕਾਂ ਦੇ ਅੰਦਰ ਜਾ ਪਈ। ਔਰ ਜਿਹੜਾ ਬੋਲੀ ਦਾ ਮਾਮਲਾ, ਉਹ ਵੀ ਭਾਰਤ ਦੇ ਵਿੱਚ ਥੋੜਾ ਭਖਣਾ ਸ਼ੁਰੂ ਹੋ ਗਿਆ। ਇਹ ਪਹਿਲੀ ਵਾਰੀ ਤੁਸੀਂ ਰਾਜਸਥਾਨ ਵਰਗੇ ਇਲਾਕੇ 'ਚ ਇਹੋ ਜਿਹੀਆਂ ਗੱਲਾਂ ਸੁਣਦੇ ਹੋ ਕਿ ਰਾਜਸਥਾਨੀ ਸਾਡੀ ਭਾਸ਼ਾ ਹਿੰਦੀ ਨਹੀਂ, ਤੇ ਹਿੰਦੀ ਰਾਸ਼ਟਰ ਭਾਸ਼ਾ ਨਹੀਂ, ਹਿੰਦੀ ਕਿਸੇ ਦੀ ਰਾਸ਼ਟਰ ਭਾਸ਼ਾ ਨਹੀਂ, ਭਾਰਤ ਦੀ ਕੋਈ ਰਾਸ਼ਟਰ ਭਾਸ਼ਾ ਨਹੀਂ। ਇਹੋ ਜਿਹੀਆਂ ਗੱਲਾਂ ਹੁਣ ਰਾਜਸਥਾਨ 'ਚੋਂ ਨਿਕਲਣ ਲੱਗੀਆਂ ਨੇ, ਜਿਹੜੀਆਂ ਕੁਝ ਸਾਲ ਪਹਿਲਾਂ ਸੋਚੀਆਂ ਵੀ ਨਹੀਂ ਜਾ ਸਕਦੀਆਂ। ਔਰ ਇਹਨੂੰ ਟਾਲਿਆ ਨਹੀਂ ਜਾ ਸਕਦਾ, ਕਿਉਂਕਿ ਇਹ ਹਕੀਕਤ ਹੈ। ਭਾਰਤ ਦੀ ਰਾਜਸੀ ਬਣਤਰ, ਜਿਹੜੀ ਸਮਾਜੀ ਬਣਤਰ ਹੈ, ਉਹ ਜੋ ਹੈ, ਕਈ ਵਾਰੀ ਇੰਝ ਗੱਲ ਦਾ ਸੜਦਾ ਰਹਿੰਦਾ ਹੁੰਦਾ, ਨਹੀਂ ਵੀ ਠੀਕ ਰੂਪ 'ਚ ਚੀਜ਼ਾਂ ਸਾਹਮਣੇ ਆਉਂਦੀਆਂ। ਪਰ ਮੈਂ ਨਹੀਂ ਸਮਝਦਾ ਕਿ ਭਾਰਤ ਦੀਆਂ ਜਿਹੜੇ ਐਡੇ ਐਡੇ ਵੱਡੇ ਪੰਜਾਬੀ ਸੱਭਿਅਤਾ ਰਹੀ ਹੈ, ਜਾਂ ਜਿਹੜੀਆਂ ਤਮਿਲ ਸੱਭਿਅਤਾ ਰਹੀ ਹੈ, ਜਾਂ ਹੋਰ ਜਿੰਨੀਆਂ ਬੰਗਲਾ ਸੱਭਿਅਤਾ ਰਹੀ ਹੈ, ਸਾਰੀਆਂ ਨੇ, ਉਹ ਇਸ ਤਰ੍ਹਾਂ ਤੁਸੀਂ ਬਹੁਤਾ ਦੇਰ ਉਹਨਾਂ ਨੂੰ ਇੱਕ ਨਕਲੀ ਜਿਹੜੀਆਂ ਗੱਲਾਂ ਦੇ ਨਾਲ ਭਰਮਾ ਕੇ ਤੋਂ ਭਟਕਾਈ ਰੱਖੋਗੇ। ਔਰ ਇਹ ਗੱਲਾਂ ਤੁਰ ਪਈਆਂ ਨੇ, ਵਾਹਵਾ ਪਹਿਲਾਂ ਹੋਰ ਟੁਰ ਗਈਆਂ। ਤਾਂ ਫਿਰ ਜਦੋਂ ਅਸੀਂ ਦਿਮਾਗੀ ਗੁਲਾਮੀ 'ਚੋਂ ਨਿਕਲਾਂਗੇ, ਫਿਰ ਸਾਨੂੰ ਆਪਣੀਆਂ ਬੋਲੀਆਂ ਤੇ ਉਹਦੀ ਅਹਿਮੀਅਤ ਦਾ ਪਤਾ ਲੱਗੇਗਾ, ਵੀ ਇਹ ਆਪਣੀ ਬੋਲੀ, ਆਪਣਾ ਇਤਿਹਾਸ, ਆਪਣਾ ਵਿਰਸਾ, ਇਹ ਜ਼ਰੂਰੀ ਕਿੰਨਾ। ਇਹ ਇਸ ਲਈ ਜ਼ਰੂਰੀ ਨਹੀਂ ਹੈ ਕਿ ਇਹ ਸਾਡਾ ਇਤਿਹਾਸ, ਸਾਡੀ ਪਛਾਣ ਦਾ ਮਾਮਲਾ ਨਹੀਂ ਹੈ ਸਿਰਫ। ਇਹਦੇ ਬਗੈਰ ਤੁਸੀਂ ਕਿਸੇ ਪਾਸੇ ਵੀ ਤਰੱਕੀ ਨਹੀਂ ਕਰ ਸਕਦੇ। ਗਿਆਨ, ਵਿਗਿਆਨ, ਤਕਨੀਕ, ਅਰਥਚਾਰਾ, ਕਿਸੇ ਪਾਸੇ ਵੀ ਤੁਸੀਂ ਆਪਣੀਆਂ ਬੋਲੀਆਂ ਨੂੰ ਛੱਡ ਕੇ ਤਰੱਕੀ ਨਹੀਂ ਕਰ ਸਕਦੇ। ਔਰ ਜਿੰਨਾ ਚਿਰ ਤੁਹਾਡੇ ਅੰਦਰ ਇੱਕ ਭਾਵਨਾ ਨਹੀਂ ਹੈ ਵੀ ਅਸੀਂ ਪੰਜਾਬੀ ਹਾਂ ਤੇ ਪੰਜਾਬੀ ਅੱਗੇ ਵਧਣਾ, ਤਾਂ ਉਹ ਭਾਵਨਾ ਜਿਹੜੀ ਉਹ ਬੜੀ ਤਗੜੀ ਹੁੰਦੀ ਹੈ। ਜਿਹੜੀ ਉਹ ਭਾਵਨਾ ਪੈਦਾ ਨਹੀਂ ਹੁੰਦੀ, ਜਿੰਨਾ ਚਿਰ ਤੱਕ ਤੁਸੀਂ ਤਰੱਕੀ ਵੀ ਨਹੀਂ ਕਰ ਸਕਦੇ। ਤੋ ਇਸ ਕਰਕੇ ਬੜਾ ਜ਼ਰੂਰੀ ਹੈ। ਔਰ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਥੋੜੀ ਹੁਣ ਲੋਕਾਂ ਨੂੰ ਸਮਝ ਇਸ ਕਰਕੇ ਵੀ ਆਉਣ ਲੱਗੀ ਹੈ ਕਿ ਜਿਹੜੀ ਹਾਲਾਤਾਂ ਇਹੋ ਜਿਹੀਆਂ ਬਣ ਗਈਆਂ ਨੇ ਕਿ ਹੁਣ ਲੋਕਾਂ ਨੂੰ ਲੱਗਦਾ ਕਿ ਅੱਜ ਜੇ ਅਸੀਂ ਆਪਣੀਆਂ ਬੋਲੀਆਂ ਨੂੰ ਨਾ ਸਾਂਭਿਆ ਤਾਂ ਫਿਰ ਇਹ ਖਤਮ ਨੇ, ਫਿਰ ਇਹਨਾਂ ਨੂੰ ਸ਼ਾਇਦ ਮੋੜਾ ਵੀ ਪਾਣਾ
ਔਖਾ ਹੋ ਜਾਏਗਾ, ਕਿਉਂਕਿ ਇੰਨਾ ਜ਼ਿਆਦਾ ਖੋਰਾ ਵੱਡਾ ਲੱਗ ਚੁੱਕਾ ਹੈ। ਔਰ ਇਸ ਗੱਲ ਦੀ ਲੋਕਾਂ ਨੂੰ ਥੋੜੀ ਸਮਝ ਆਉਂਦੀ ਹੈ ਵੀ ਹੁਣ ਸਾਨੂੰ ਆਪਣੀਆਂ ਬੋਲੀਆਂ ਨੂੰ ਸਾਂਭਣ ਦੀ ਬੜੀ ਲੋੜ ਹੈ, ਨਹੀਂ ਤਾਂ ਖਤਮ ਹੋ ਜਾਣਗੀਆਂ। ਭਾਵੇਂ ਕਿਸੇ ਨੂੰ ਦਾ ਲਾਭ ਜਾਂ ਹਾਨੀ ਦਾ ਪਤਾ ਨਹੀਂ ਹੈ, ਪਰ ਫਿਰ ਵੀ ਇਹ ਭਾਵਨਾ ਦੇ ਪੱਧਰ ਤੇ ਬਹੁਤ ਡੂੰਘੀ ਭਾਵਨਾ ਹੁੰਦੀ ਹੈ, ਔਰ ਇਹਨੂੰ ਐਡੀ ਛੇਤੀ ਮਾਰਨਾ ਜਾਂ ਕੱਢਣਾ ਸੌਖਾ ਨਹੀਂ ਹੈ। ਸੋ ਮੈਂ ਸਮਝਦਾ ਕਿ ਜੋ ਭਗਵੰਤ ਆਪਣੇ ਗੁਰਦਾਸ ਮਾਨ ਜੀ ਆਂਦੇ ਨੇ ਪਏ, ਉਹ ਬੜੀ ਇੱਕ ਆਮ ਪ੍ਰਚਲਿਤ ਜਿਹੀਆਂ ਧਾਰਨਾ ਨੇ, ਪਰ ਕਿ ਇੱਕ ਜਿਹੜਾ ਸਮਾਜੀ ਬੰਦਾ ਆਗੂ ਹੈ ਇੱਕ ਤਰ੍ਹਾਂ ਦਾ, ਜਿਹਨੇ ਰਾਹ ਖਾਣਾ, ਉਹਨੂੰ ਬਚਣਾ ਚਾਹੀਦਾ। ਉਹਨੂੰ ਮਾੜਾ ਮੋਟਾ ਅੱਜ ਕੱਲ ਤੇ ਪਹਿਲਾਂ ਚਲੋ ਔਖਾ ਹੁੰਦਾ ਸੀ, ਕਿਤਾਬ ਲੱਭਣੀ ਔਖੀ ਹੁੰਦੀ ਸੀ, ਹੁਣ ਤੇ 5 ਮਿੰਟ ਲੱਗਦੇ ਨੇ ਗੂਗਲ ਤੇ ਬਹਿ ਜਾਓ, ਤੁਸੀਂ 10 ਮਿੰਟ ਦੱਸ ਦਿੰਦਾ ਵੀ ਉਰਦੂ ਕਦੋਂ ਜੰਮੀ, ਪੰਜਾਬੀ ਕਦੋਂ ਜੰਮੀ, ਔਰ ਇਹਨਾਂ ਦਾ ਕੀ ਸੰਬੰਧ ਹੈ। ਤੇ ਇਹ ਜਿਹੜਾ ਨੇ ਇਹੋ ਜਿਹੀਆਂ ਗੱਲਾਂ ਸਾਰੀਆਂ ਬੜੀ ਛੇਤੀ, ਤੋਂ ਇਹ ਇੱਕ ਤਰ੍ਹਾਂ ਦੀ ਮੈਂ ਸਮਝਦਾ ਕਿ ਬੜੀ ਇੱਕ ਦਿਆਨਤਦਾਰੀ ਦੀ ਘਾਟ ਹੈ, ਔਰ ਉਹ ਸਮਝ ਨਾਲੋਂ ਵੀ ਖਤਰਨਾਕ ਹੁੰਦੀ ਹੈ। ਜੇ ਦਿਆਨਤਦਾਰੀ ਠੀਕ ਹੋਏ ਨਾ, ਜੇ ਦਿਆਨਤਦਾਰ ਹੋਵੇ ਬੰਦਾ ਤੇ ਸਮਝ ਤੇ ਬਣ ਜੂਗੀ, ਉਹ ਲੱਭ ਲਏਗਾ। ਤੇ ਜੇ ਦਿਆਨਤਦਾਰੀ ਗਈ ਤੇ ਫਿਰ ਸਮਝ ਤੇ ਆਉਣ ਦਾ ਵੀ ਕੋਈ ਨਹੀਂ ਹੈ। ਤਾਂ ਇਹ ਦਿਆਨਤਦਾਰੀ, ਤੁਸੀਂ ਚੀਜ਼ਾਂ ਨੂੰ ਜਾਣੇ ਬਗੈਰ ਤੁਸੀਂ ਜਿਹੜੀ ਗੱਲ ਕਰਦੇ ਹੋ, ਕਿਸੇ ਬੋਲੀ ਵਾਲੇ ਬੰਦੇ ਨਾਲ ਗੱਲ ਕਰੋ ਵੀ ਮੈਂ ਆ ਗੱਲ ਠੀਕ ਆ ਰਿਹਾ ਕਿ ਨਹੀਂ ਆ ਰਿਹਾ। ਮੈਂ ਹੁਣ ਬੋਲੀ ਦਾ ਬੰਦਾ ਵਾਂ, ਤੇ ਮੈਂ ਜਾ ਕੇ ਜੇ ਕਿਸੇ ਨੂੰ ਪੜ੍ਹਾਉਣ ਲੱਗ ਜਾਵਾਂ, ਮੈਂ ਤੈਨੂੰ ਮੈਂ ਚੀਰ ਫਾੜ ਸਿਖਾਉਣਾ, ਮੈਂ ਤੇਰਾ ਸਰਜਰੀ ਕਿਵੇਂ ਹੁੰਦੀ ਹੈ, ਤਾਂ ਮੈਂ ਬੰਦੇ ਹੀ ਮਾਰਨੇ, ਉਹ ਸਿਖਾਉਣ ਵਾਲਾ ਵੀ ਮਾਰੇਗਾ ਤੇ ਮੈਂ ਵੀ ਉਹਨੂੰ ਇਹੀ ਸਿਖਾਉਣਾ। ਤਾਂ ਇਹ ਗੱਲ ਇਹਨਾਂ ਦੀ ਬਿਨਾਂ ਜਾਣੇ, ਇਹ ਦਿਆਨਤਦਾਰੀ ਦੀ ਘਾਟ ਹੈ। ਆਪਾਂ ਕਿਸੇ ਗੱਲ ਬਾਰੇ ਗੱਲ ਕਰਦੇ ਵਗੈਰੇ ਸੋਚਦੇ ਨਹੀਂ ਕਿ ਸਾਡਾ ਇਸ ਗੱਲ ਬਾਰੇ ਹੱਕ ਵੀ ਬਣਦਾ ਹੈ ਕਿ ਨਹੀਂ। ਮੈਂ ਇੱਕ ਭਾਸ਼ਾ ਵਿਗਿਆਨੀ ਹਾਂ, ਭਾਸ਼ਾ ਬਾਰੇ ਮੈਂ ਗੱਲਬਾਤ ਕਰਾਂ, ਗਲਤ ਵੀ ਹੋ ਸਕਦੀ ਹੈ, ਲੇਕਿਨ ਮੇਰਾ ਕੋਈ ਹੱਕ ਨਹੀਂ ਬਣਦਾ ਕਿ ਜਿਸ ਖੇਤਰ ਬਾਰੇ ਮੈਂ ਕੋਈ ਜਾਣਕਾਰੀ ਨਹੀਂ ਰੱਖਦਾ, ਉਸ ਖੇਤਰ ਬਾਰੇ ਮੈਂ ਕਹਾਂ ਮੈਂ ਤਾਂ ਬੜਾ ਵਿਦਵਾਨ ਹਾਂ ਤੇ ਮੈਂ ਇਹਦੇ ਬਾਰੇ ਪੂਰੀ ਗੱਲ ਕਰ ਸਕਦਾ, ਜਿਹੜੀ ਗੱਲ ਕਰਦਾ। ਡਾਕਟਰ ਸਾਹਿਬ, ਜੇਕਰ ਤੁਹਾਡੀ ਇਹ ਗੱਲਬਾਤ ਨੂੰ ਸੁਣਦੇ ਹੋਣ ਗੁਰਦਾਸ ਮਾਨ ਸਾਹਿਬ, ਹਾਂਜੀ, ਕੀ ਕਹੋਗੇ ਉਹਨਾਂ ਨੂੰ, ਕੀ ਸੁਨੇਹਾ ਦੋਗੇ ਵੀ ਜਿਹੜਾ ਉਹਨਾਂ ਨੇ ਇਹ ਗੱਲ ਕਹੀ ਹੈਗੀ ਹੈ? ਮੈਂ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਕਿ ਜੋ ਤੁਸੀਂ ਤੁਹਾਡਾ ਸਮਝ ਬਣੀ ਹੈ, ਇਹ ਦਿਮਾਗੀ ਗੁਲਾਮੀ ਹੈ, ਔਰ ਉਹ ਉਹਨਾਂ ਹਾਲਾਤਾਂ ਕਰਕੇ ਬਣੀ ਹੋਈ ਹੈ ਜਿਹੜੇ ਜਿਨ੍ਹਾਂ ਦੀ ਆਪਾਂ ਗੱਲ ਕੀਤੀ ਹੈ ਇਸ ਗੱਲਬਾਤ ਦੇ ਵਿੱਚ। ਉਸ ਦਿਮਾਗੀ ਗੁਲਾਮੀ ਚੋਂ ਨਿਕਲੋ ਤੇ ਤਾਂ ਤੁਸੀਂ ਆਜ਼ਾਦ ਵੱਡੇ ਬੰਦੇ ਬਣ ਸਕੋਗੇ, ਔਰ ਇਹੋ ਜਿਹੇ ਜਿਹੜੇ ਬਿਆਨ ਨੇ ਉਹ ਤੁਹਾਡੇ ਮੂੰਹੋਂ ਨਹੀਂ ਨਿਕਲਣਗੇ। ਤਾਂ ਪਹਿਲੀ ਦੂਜੀ ਗੱਲ ਹੈ ਕਿ ਜਾਣਕਾਰੀ ਲੈਣੀ ਚਾਹੀਦੀ ਹੈ ਕਿਸੇ ਚੀਜ਼ ਬਾਰੇ। ਉਰਦੂ ਵੱਡੀ ਭੈਣ ਕਿਵੇਂ ਹੋ ਗਈ? ਉਹਨੂੰ ਜਾਣਨਾ ਚਾਹੀਦਾ ਸੀ ਕਿ ਪੰਜਾਬੀ ਤੇ ਹਜ਼ਾਰਾਂ ਸਾਲਾਂ ਦੀ, ਜਿੱਦਣ ਦਾ ਪੰਜਾਬ ਵੱਸਦਾ ਹੈ, ਹਾਂਜੀ, ਜਦੋਂ ਦੇ ਅਫਰੀਕਾ ਵਾਲੇ ਆ ਕੇ ਇੱਥੇ ਵੱਸ ਗਏ ਪੰਜਾਬ ਵਿੱਚ, ਤਾਂ ਉਹ ਪੰਜਾਬ ਦੇ ਉਹ ਕੋਈ ਬੋਲਦੇ ਆਏ ਨੇ, ਉਹ ਕਿਸੇ ਨਾ ਕਿਸੇ ਰੂਪ ਚ ਬੋਲੀ ਚੱਲੀ ਆਉਂਦੀ ਹੈ, ਦਰਾਵੜ ਵੀ ਜਿੰਨੇ ਵੀ ਹਨ। ਤੇ ਉਰਦੂ ਤੇ ਕੱਲ ਦੀ ਗੱਲ ਹੈ, ਇਸਲਾਮ ਦੇ ਮਤਲਬ ਇਸਲਾਮੀ ਲੋਕਾਂ ਦੇ ਇੱਧਰ ਆਉਣ ਦੇ ਨਾਲ ਉਰਦੂ ਦੀ ਗੱਲ ਫਾਰਸੀ ਸ਼ਬਦਾਵਲੀ ਆਈ, ਔਰ ਉਹ ਵੀ ਉਸ ਤਰ੍ਹਾਂ ਦੇ ਨਾਲ ਲੋਕਾਂ ਦੇ ਅੰਦਰ ਡੂੰਘੀ ਕਦੀ ਹੋ ਹੀ ਨਹੀਂ ਸਕਦੀ ਹੁੰਦੀ। ਉਹ ਤੁਹਾਡੀ ਸੱਭਿਆਚਾਰ ਦੀ ਬੋਲੀ ਨਹੀਂ, ਅੱਜ ਤੱਕ ਕਿਸੇ ਦੀ ਨਹੀਂ ਬਣ ਸਕਦੀ। ਉਹ ਮੁਸਲਮਾਨਾਂ ਦੇ ਵੀ ਸੱਭਿਆਚਾਰ ਦੀ ਬੋਲੀ ਨਹੀਂ ਹੈ ਉਰਦੂ। ਪੰਜਾਬ ਦੇ ਮੁਸਲਮਾਨਾਂ ਦੀ ਸੱਭਿਆਚਾਰ ਦੀ ਬੋਲੀ ਪੰਜਾਬੀ ਹੈ, ਬਲੋਚਿਸਤਾਨ ਵਾਲਿਆਂ ਦੀ ਬਲੋਚੀ ਹੈ, ਇੱਧਰ ਸਾਰੇ ਯੂਪੀ ਵਾਲਿਆਂ ਦੇ ਜਿਹੜੇ ਅਵਧ ਦੇ ਇਲਾਕੇ ਨੇ ਉਹ ਅਵਧੀ ਹੈ, ਜਿਹੜੇ ਬ੍ਰਜ ਦੇ ਇਲਾਕੇ ਨੇ ਉਹਨਾਂ ਦੀ ਬ੍ਰਜੀ ਹੈ, ਜਿਹੜੇ ਹੋਰ ਇਲਾਕਿਆਂ ਦੇ ਨੇ ਉਹਨਾਂ ਦੀ ਉਸ ਤਰ੍ਹਾਂ ਦੀ ਹੈ। ਤਾਂ ਇਸੇ ਤਰ੍ਹਾਂ ਬਿਹਾਰ ਵਾਲੇ ਨੇ ਜਿਹੜੇ ਮੁਸਲਮਾਨ ਨੇ, ਉਹ ਜੇ ਮਗਈ ਇਲਾਕਾ ਤੇ ਉਹਨਾਂ ਦੀ ਮਗਈ ਸੱਭਿਆਚਾਰ ਦੀ ਬੋਲੀ ਹੈ। ਤਾਂ ਇਸ ਕਰਕੇ ਇਹ ਜਿਹੜੀ ਦਿਮਾਗੀ ਗੁਲਾਮੀ ਹੈ ਭਾਰਤੀਆਂ ਨੂੰ, ਇਹਦੇ ਚੋਂ ਨਿਕਲਣ ਦੀ ਬੜੀ ਲੋੜ ਹੈ। ਔਰ ਮਾੜੀ ਗੱਲ ਇਹ ਵੇ ਕਿ ਇਹ ਜਿਹੜਾ ਸਰਕਾਰਾਂ ਇਹ ਕੰਮ ਬਹੁਤ ਚੰਗੀ ਤਰ੍ਹਾਂ ਕਰ ਸਕਦੀਆਂ ਨੇ, ਉਹਨਾਂ ਕੋਲ ਬੜੇ ਵੱਡੇ ਸਾਧਨ ਹੁੰਦੇ ਨੇ, ਔਰ ਜਿਹੜੀ ਸਿੱਖਿਆ ਦੇ ਰਾਹੀਂ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਵਿਚਾਰ ਨੇ, ਗਲਤ ਵਿਚਾਰ ਨੇ, ਔਰ ਜਿਹੜੇ ਸਾਨੂੰ ਨੁਕਸਾਨ ਪਹੁੰਚਾਉਣ ਵਾਲੇ ਵਿਚਾਰ ਨੇ, ਹਰ ਤਰ੍ਹਾਂ ਨਾਲ, ਇਹ ਚੀਜ਼ ਸੱਭਿਆਚਾਰ ਦੇ ਨੁਕਸਾਨ ਨਹੀਂ, ਪਛਾਣ ਦਾ ਹੀ ਨੁਕਸਾਨ ਨਹੀਂ, ਤੁਹਾਡੇ ਹਰ ਤਰ੍ਹਾਂ ਦਾ ਗਿਆਨ, ਵਿਗਿਆਨ, ਤਕਨੀਕ, ਅਰਥਚਾਰ ਦਾ ਵਿਕਾਸ, ਹਰ ਤਰ੍ਹਾਂ ਦਾ ਨੁਕਸਾਨ ਪਹੁੰਚਾਉਣ ਵਾਲੇ ਨੇ। ਉਹਨਾਂ ਵਿਚਾਰਾਂ ਨੂੰ ਲੋਕਾਂ ਦੇ ਵਿੱਚ ਭਰਮ ਜਿਹੜੇ ਬਣੇ ਹੋਏ ਨੇ ਕੱਢਿਆ ਜਾ, ਜਿਹੜਾ ਇਤਿਹਾਸਕ ਕਾਰਨ ਕਰਕੇ ਬਣੇ ਹੋਏ ਨੇ, ਪਰ ਉਹ ਸਾਡੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਤੇ ਮਤਲਬ ਹੋਰ ਡੂੰਘਿਆ ਕਰਦੀ ਹੈ ਬਈ। ਹਾਂਜੀ, ਵੇਖੋ ਸਾਡੇ ਮੈਂ ਮਾਫ ਕਰਨਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੂਲ ਜਿਹੜੇ ਨੇ ਅੰਗਰੇਜ਼ੀ ਮਾਧਿਅਮ ਵਿੱਚ ਬਥੇਰੇ, ਹਾਂਜੀ, ਤਾਂ ਕੱਢਣੇ ਕਿੰਨੇ ਨੇ? ਇਹ ਗੁਲਾਮੀ ਦੇ ਜਿਹੜੇ ਅੰਗਰੇਜ਼ੀ ਮਾਧਿਅਮ, ਅੰਗਰੇਜ਼ੀ ਗੁਲਾਮੀ ਹੈ, ਉਸ ਤਰ੍ਹਾਂ ਉਰਦੂ ਦੀ ਕਹਾਣੀ ਹੈ। ਜੀ ਤੁਸੀਂ ਪਹਿਲੇ ਕਹਿ ਚੁੱਕੇ ਹੋ ਨਾ, ਅਸਲ ਦੇ ਵਿੱਚ ਵੀ ਸਾਡੇ ਜ਼ਿਹਨ 'ਚ ਕੀ ਗੱਲ ਆ ਗਈ ਵੀ ਭਾਸ਼ਾ ਦੇ ਨਾਲ ਅਸੀਂ ਸਿਆਣੇ ਹੁੰਦੇ ਆ, ਬੋਲੀ ਦੇ ਨਾਲ ਅਸੀਂ ਸਿਆਣੇ ਹੁੰਦੇ ਆ। ਅਸੀਂ ਸੋਚਦੇ ਇੱਕ ਗੱਲ ਮੈਂ ਥੋੜੀ ਮਾਫ ਕਰਨਾ, ਸਮਾਂ ਵਾਵਾ ਹੋ ਗਿਆ, ਪਰ ਇੱਕ ਗੱਲ ਮੈਂ ਜ਼ਰੂਰ ਕਰਨੀ ਚਾਹੁੰਦਾ ਕਿ ਜਿਹੜੇ ਲੋਕ ਸਮਝਦੇ ਨੇ ਕੋਈ ਬੋਲੀ ਜ਼ਿਆਦਾ ਤਗੜੀ ਹੁੰਦੀ ਹੈ, ਕੋਈ ਮਾੜੀ ਹੁੰਦੀ ਹੈ, ਇਹੋ ਜਿਹੀ ਕੁਝ ਗੱਲ ਨਹੀਂ ਹੁੰਦੀ। ਹਰ ਇੱਕ ਬੋਲੀ ਦੀ ਇੱਕੋ ਜਿੰਨੀ ਤਾਕਤ ਹੈ, ਵੱਡੇ ਤੋਂ ਵੱਡਾ ਗਿਆਨ ਹਰ ਇੱਕ ਬੋਲੀ 'ਚ। ਪੰਜਾਬੀ ਤਾਂ ਬੜੀ ਪੁਰਾਣੀ ਹੈ, ਪੰਜਾਬੀ ਤਾਂ ਅੰਗਰੇਜ਼ੀ ਤੋਂ ਪਹਿਲਾਂ ਦੀ ਸਾਹਿਤ ਹੈ। ਪੰਜਾਬੀ ਬਾਬਾ ਫਰੀਦ 12ਵੀਂ 13ਵੀਂ ਸਦੀ 'ਚ ਹੋਏ, ਤੇ ਅੰਗਰੇਜ਼ੀ ਤਾਂ 14ਵੀਂ 15ਵੀਂ ਸਦੀ 'ਚ ਆ ਕੇ ਉਹਨੂੰ ਮਾਨਤਾ ਜੀ ਮਿਲੀ ਸਾਹਿਤ ਨੂੰ। ਤਾਂ ਮਤਲਬ ਹਰ ਇੱਕ ਇਕੱਲੀ ਪੰਜਾਬੀ ਨਹੀਂ, ਹਰ ਇੱਕ ਬੋਲੀ ਦੇ ਵਿੱਚ ਇੰਨੀ ਤਾਕਤ ਹੈ ਕਿ ਉਹਦੇ ਦੁਨੀਆ ਦਾ ਕੋਈ ਗਿਆਨ ਦੀ ਗੱਲ ਕੀਤੀ ਜਾ ਸਕਦੀ। ਮੈਂ ਆ ਨਾ ਵਾਂ ਕਿ ਤੁਸੀਂ ਜਿਹੜਾ ਪਰਸੋਂ ਗਿਆਨ ਪੈਦਾ ਹੋਇਆ 2 ਦਿਨ ਪਹਿਲਾਂ, ਉਹ ਮੈਨੂੰ ਦੱਸ ਦਿਓ ਅੰਗਰੇਜ਼ੀ 'ਚ, ਤੇ ਤੁਸੀਂ ਮੈਨੂੰ ਦੱਸ ਦਿਓ, ਬੋਲੀ ਦੱਸ ਦਿਓ ਜਿਹਦੇ ਤੁਸੀਂ ਸਮਝਦੇ ਹੋ ਵੀ ਇਹ ਗਿਆਨ ਨਹੀਂ ਦੱਸਿਆ ਜਾ ਸਕਦਾ, ਤੇ ਮੈਂ ਉਸ ਬੋਲੀ ਦੇ ਬੰਦੇ ਤੋਂ ਤੁਹਾਨੂੰ ਉਹ ਗਿਆਨ ਖਵਾ ਦਿਆਂਗਾ। ਹੁਣ ਦੱਸ ਦਿਆਂਗੇ ਭਾਈ ਆਹ ਗੱਲ, ਤੇ ਆਪਣੀ ਬੋਲੀ ਦੱਸ ਦੇਗਾ।
ਨਾ। ਕਿਆ ਬਾਤ। ਤੋ ਹਰ ਇੱਕ ਬੋਲੀ ਦੀ ਇੱਕੋ ਜਿਹੀ ਤਾਕਤ ਹੈ। ਜਿਹੜੀ ਬੋਲੀਆਂ ਦੇ ਵਿੱਚ ਕੋਈ ਨਵੀਂ ਸ਼ਬਦ ਪੈਦਾ ਨਹੀਂ ਹੁੰਦੇ, ਜੋ ਪੁਰਾਣੇ ਸ਼ਬਦ ਉਹਨਾਂ ਨੂੰ ਕੱਢ ਕੇ ਆਪਾਂ ਨਵੀਂ ਬਣਾਏ ਜਾਂਦੇ ਹਾਂ, ਤੇ ਉਹ ਜਿਹੜੇ ਪੁਰਾਣੇ ਨੇ ਉਹ ਲਗਭਗ ਇੱਕੋ ਜਿਹੇ ਨੇ ਸਾਰੀਆਂ ਬੋਲੀਆਂ 'ਚ, ਉਹਦੇ ਰੂਪ ਵੱਖਰੇ ਨੇ। ਹੁਣ ਅਸੀਂ ਕੁਰਸੀ ਆਨੇ ਆ, ਅੰਗਰੇਜ਼ੀ ਵਾਲੇ ਨੂੰ ਚੇਅਰ ਆਉਂਦੇ ਨੇ, ਹਾਂਜੀ। ਅਸੀਂ ਪੀੜਾ ਆਨੇ ਆ, ਉਹਨੂੰ ਕੋਈ ਹੋਰ ਨਾਮ ਵੱਖਰਾ, ਚੀਜ਼ ਤੇ ਉਹੀ ਹੈ ਨਾ। ਤੇ ਇਸੇ ਤਰ੍ਹਾਂ ਹੁਣ ਬੰਦਾ ਉਹਦਾ ਖੂਨ ਹੈ, ਅੰਗਰੇਜ਼ ਬਲੱਡ ਆਉਂਦੇ ਨੇ, ਅਸੀਂ ਰਾਤਾਂ ਨੇ ਉਹਨੂੰ, ਕੋਈ ਉਰਦੂ ਵਾਲੇ ਖੂਨ ਆਉਂਦੇ ਨੇ, ਕੋਈ ਲਹੂ ਆਉਂਦਾ, ਇਸ ਤਰ੍ਹਾਂ ਨਾ। ਤਾਂ ਇਹ ਤਾਂ ਨਹੀਂ, ਹੁਣ ਜੇ ਬਲੱਡ ਆਖਣਾ, ਬਲੱਡ ਪ੍ਰੈਸ਼ਰ ਆਖਣਾ ਹੈ, ਤੇ ਖੂਨ ਦਾ ਦਾਬ ਆਖਿਆ, ਕੋਈ ਬਲੱਡ ਪ੍ਰੈਸ਼ਰ ਵੱਧ ਤੇ ਨਹੀਂ ਚੱਲਿਆ ਬੰਦੇ ਦਾ, ਹੈ ਨਾ ਜੀ। ਮਤਲਬ ਗੱਲ ਤੇ ਉਹੀ ਹੋ ਰਹੀ ਹੈ ਨਾ। ਤਾਂ ਇਹ ਭਰਮ ਨੇ ਕਿ ਕੋਈ ਬੋਲੀ ਜ਼ਿਆਦਾ ਅਮੀਰ ਹੈ ਔਰ ਉਹਦੀ ਜ਼ਿਆਦਾ ਤਾਕਤ ਹੈ। ਸਿਰਫ ਉਸ ਬੋਲੀ ਨੂੰ ਕੁਝ ਖਾਸ ਕੰਮਾਂ ਲਈ, ਜਿਹੜੇ ਤਾਕਤ ਵਾਲੀਆਂ ਥਾਵਾਂ ਲਈ ਵਰਤ ਲਿਆ ਜਾਂਦਾ ਹੈ, ਤੇ ਉਹ ਬੋਲੀ ਤਾਕਤ ਗੱਲਾਂ ਚਾਹੀਦੀ। ਹਰ ਇੱਕ ਬੋਲੀ ਦੇ ਵਿੱਚ ਇੰਨੀ ਸੱਤਿਆ ਹੁੰਦੀ ਹੈ ਕਿ ਉਹਦੇ ਵਿੱਚ ਦੁਨੀਆ ਦੀ ਕੋਈ ਵੀ ਜਿਹੜਾ ਕੰਮ ਹੈ, ਵੱਡੇ ਤੋਂ ਵੱਡਾ ਗਿਆਨ, ਵੱਡੇ ਤੋਂ ਵੱਡੀ ਗੱਲ ਉਹਦੇ 'ਚ ਕੀਤੀ ਜਾ ਸਕੇ, ਔਰ ਉਹ ਕੀਤੀ ਜਾ ਸਕਦੀ ਹੈ ਥੋੜੇ ਜਿਹੀ ਖੇਚਲ ਦੇ ਨਾਲ। ਚਲੋ ਕਿਤਾਬਾਂ ਜਿਹੜੀ ਬਣਾਉਂਦੇ ਉਹ ਤਾਂ ਹੁੰਦਾ ਹੀ, ਜਦੋਂ ਵਰਤਾਂਗੇ ਤਾਂ ਆਪੇ ਹੀ ਬਣ ਜਾਂਦੀਆਂ ਨੇ, ਉਹ ਵੀ ਹੁੰਦਾ। ਤਾਂ ਇਹ ਭਰਮ ਛੱਡ ਦੇਣਾ ਚਾਹੀਦਾ ਹੈ ਕਿ ਪੰਜਾਬੀ ਜਿਹੜੀ ਗੱਲ ਮੈਂ ਮਾਨ ਸਾਹਿਬ ਨੂੰ ਦੱਸਣੀ ਜ਼ਰੂਰ ਆਖਣੀ ਚਾਹੁੰਦਾ ਵਾਂ, ਉਹ ਇਹ ਆ ਕਿ ਜਦੋਂ ਤੁਸੀਂ ਇਹ ਗੱਲ ਆਖੀ ਉਰਦੂ ਵੱਡੀ ਹੈ ਭੈਣੇ, ਤੇ ਤੁਹਾਨੂੰ ਬਾਬਾ ਨਾਨਕ ਜੀ ਭੁੱਲ ਗਏ, ਬਾਬਾ ਫਰੀਦ ਭੁੱਲ ਗਏ, ਹਾਂਜੀ। ਬਾਬੇ ਨਾਨਕ ਦੀ ਬਾਣੀ ਹੁੰਦਿਆਂ ਅਸੀਂ ਆਖ ਸਕਦੇ ਹਾਂ ਕਿ ਪੰਜਾਬੀ ਤੋਂ ਵੱਡੀ ਕੋਈ ਬੋਲੀ ਹੈ? ਮੈਂ ਨਹੀਂ ਹੈਗਾ ਪੰਜਾਬੀ ਦੁਨੀਆ ਬੋਲੀਆਂ ਤੋਂ ਵੱਡੀ ਹੈ ਦੂਜੀਆਂ ਤੋਂ, ਹਾਂਜੀ। ਮੈਂ ਨਾ ਵੀ ਦੂਜੀਆਂ ਵੀ ਵੱਡੀਆਂ ਨੇ, ਪਰ ਸਾਡੀ ਘੱਟ ਕੋਈ ਨਹੀਂ ਹੈ। ਤੇ ਉਰਦੂ ਚ ਤੁਸੀਂ ਮੈਨੂੰ ਲਿਆਓ ਉਸ ਬਰਾਬਰ ਦਾ, ਪੈਗੰਬਰੀ ਬਾਣੀ ਬਾਬਾ ਫਰੀਦ ਦੇ ਬਰਾਬਰ ਦਾ ਲਿਆਓ ਨਾ। ਮੈਂ ਆਦਰ ਕਰਨਾ ਫੈਜ਼ ਸਾਹਿਬ ਦਾ, ਇਕਬਾਲ ਸਾਹਿਬ ਦਾ, ਉਹਨਾਂ ਨੇ ਬੜੀ ਸ਼ਾਇਰੀ ਚੰਗੀ ਕੀਤੀ ਹੈ, ਔਰ ਮਤਲਬ ਕੋਈ ਸਤਿਕਾਰ ਵਾਲੇ ਨੇ। ਪਰ ਆ ਲੋਕਾਂ ਦੇ ਮੂੰਹਾਂ ਤੇ ਚੜੇ ਪਏ ਬਾਬਾ ਫਰੀਦ, ਬਾਬਾ ਬੁੱਲੇ ਸ਼ਾਹ, ਸ਼ਿਵ ਕੁਮਾਰ ਬਟਾਲਵੀ, ਹੈ ਨਾ ਜੀ। ਤੇ ਇਹ ਕਿਉਂ ਨਹੀਂ ਚੜੇ ਬਾਬਾ ਆਪਣੇ ਫੈਜ਼ ਸਾਹਿਬ ਤੇ ਨੇ? ਤੇ ਉਹਨਾਂ ਨੂੰ ਥੋੜਾ ਸੋਚਣਾ ਚਾਹੀਦਾ ਇਹਨਾਂ ਗੱਲਾਂ ਬਾਰੇ, ਵੀ ਐਵੇਂ ਹੀ ਇਹ ਜਿਹੜੇ ਭਰਮ ਬਣੇ ਨੇ, ਆਮ ਬੰਦੇ ਦੇ ਭਰਮ ਨੇ, ਇਹਨਾਂ ਨੂੰ ਤੋਂ ਨਿਕਲਣਾ ਚਾਹੀਦਾ। जी, किसी ने कहा सी कि बातों बातों में बात खड़क जाती है, एक दो लफ्ज ही अपनों को बेगाना बना देते हैं। इस तरह ही ਹੁੰਦਾ ਵੀ ਕੋਈ ਇੱਕ ਅੱਧਾ ਸ਼ਬਦ ਤੁਸੀਂ ਕਦੇ ਮਾਸੀ ਕਹਿ ਦਿੱਤਾ ਤੇ ਕਦੇ ਛੋਟੀ ਭੈਣ ਕਹਿ ਦਿੱਤਾ, ਅਜਿਹੇ ਬੋਲਾਂ ਤੋਂ, ਅਜਿਹੇ ਵਿਵਾਦਾਂ ਤੋਂ ਸਾਨੂੰ ਬਚਣਾ ਚਾਹੀਦਾ। ਜੇ ਕਿਧਰੇ ਪੰਜਾਬੀਆਂ ਦਾ ਰਾਜ, ਮਤਲਬ ਜਿਵੇਂ ਅੰਗਰੇਜ਼ਾਂ ਦਾ ਭਾਰਤ ਹੋ ਗਿਆ, ਸਾਰੇ ਭਾਰਤ ਪੰਜਾਬੀਆਂ ਦਾ ਰਾਜ ਹੋ ਜਾਂਦਾ, ਤਾਂ ਫਿਰ ਮਾਨ ਸਾਹਿਬ ਕਹਿੰਦੇ ਪੰਜਾਬੀ ਤੋਂ ਵੱਡੀ, ਸਾਰਿਆਂ ਤੋਂ ਵੱਡੀ ਭੈਣ ਪੰਜਾਬੀ ਹੈ। ਇਹ ਮਸਲਾ ਹੈ। ਉਹ ਸੱਤਾ ਦੀਆਂ ਬੋਲੀਆਂ ਜਿਹੜੀਆਂ ਨੇ, ਇਸ ਤਰ੍ਹਾਂ ਲੋਕਾਂ ਦੇ ਦਿਮਾਗਾਂ ਦੇ ਵਿੱਚ ਬਾਣੀ ਜਾਂਦੀ ਹੈ। ਪਰ ਅਸੀਂ ਐਡੇ ਵੱਡੇ ਕਲਾਕਾਰਾਂ ਤੋਂ, ਜਿਨ੍ਹਾਂ ਨੂੰ ਲੋਕਾਂ ਦੇ ਰਾਹ ਦੱਸੇ ਰਹੇ ਨੇ, ਬਣਨਾ ਚਾਹੀਦਾ, ਔਰ ਜਿਨ੍ਹਾਂ ਲੋਕਾਂ ਵਿਵਾਦਾਂ ਤੋਂ ਨਹੀਂ ਬਚਣਾ ਚਾਹੀਦਾ, ਜਾਣਕਾਰੀ ਲੈਣੀ ਚਾਹੀਦੀ। ਉਹਨਾਂ ਨੂੰ ਥੋੜੀ ਖਾਲੀ ਗਾਇਕ ਹੋਣ ਨਾਲ ਮੈਂ ਵੱਡਾ ਵਿਦਵਾਨ, ਮੈਂ ਭਾਸ਼ਾ ਵਿਗਿਆਨੀ ਹੋਣ ਨਾਲ ਮੈਂ ਵੱਡਾ ਗਵਈਆ ਨਹੀਂ ਬਣ ਜਾਂਦਾ, ਵੀ ਮੈਂ ਹੁਣ ਗਾਵਾਂਗਾ ਤੇ ਮੈਂ ਮਾਨ ਸਾਹਿਬ ਤੋਂ ਵੱਧ ਗਾ ਦਿਆਂਗਾ। ਤਾਂ ਜਾਣਕਾਰੀ ਲੈਣੀ ਚਾਹੀਦੀ ਹੈ। ਔਰ ਉਹ ਜਿਹੜੀ ਪੱਛਮੀ ਸੱਭਿਅਤਾ, ਮੈਂ ਉਹਦਾ ਇੱਕ ਬੜਾ ਕਦਰਦਾਨ ਹੈ ਇਸ ਗੱਲ ਦਾ, ਉਹਦੇ ਜਿਹਨੂੰ ਉਹਦੇ 'ਚ ਅੰਗਰੇਜ਼ੀ ਜਿਹੜੇ ਪ੍ਰੋਫੈਸ਼ਨਲਿਜ਼ਮ ਆਉਂਦੇ ਨੇ, ਕਿ ਜੇ ਸਭ ਪ੍ਰੋਫੈਸ਼ਨਲ ਜਿਹੜਾ ਬੰਦਾ ਪੇਸ਼ੇ ਦਾ ਹੈ, ਉਹਦੇ ਬਾਰੇ ਉਹ ਪਹਿਲਾਂ ਜਾਣਕਾਰੀ ਕਰਦਾ, ਫਿਰ ਗੱਲ ਕਰਦਾ। ਤਾਂ ਆਪਾਂ ਨੂੰ ਵੀ ਇਸੇ ਤਰ੍ਹਾਂ ਜੇ ਬੋਲੀ ਦੀ ਗੱਲ ਕਰਨੀ ਹੈ, ਤਾਂ ਉਹਦੇ ਬਾਰੇ ਆਪਾਂ ਬੋਲੀ ਦੀ ਜਾਣਕਾਰੀ ਲਈਏ, ਜਾਂ ਕਿਸੇ ਘੱਟੋ ਘੱਟ ਬੋਲੀ ਵਾਲੇ ਬੰਦੇ ਨਾਲ ਗੱਲ ਕਰੀਏ। ਤੇ ਐਵੇਂ ਜਿਹੜੇ ਲੋਕ ਭਰਮ ਚੁੱਕੀ ਫਿਰਦੇ ਨੇ, ਉਹ ਭਰਮ ਹਰ ਤਰ੍ਹਾਂ ਦੇ, ਬੋਲੀ ਬਾਰੇ ਵੀ ਬਹੁਤ ਭਰਮ ਨੇ, ਜਿਵੇਂ ਦੂਜੀਆਂ ਚੀਜ਼ਾਂ ਬਾਰੇ ਭਰਮ ਨੇ ਲੋਕਾਂ ਦੇ। ਤੇ ਉਹ ਭਰਮਾਂ ਦੀ ਆਸ ਆਮ ਬੰਦੇ ਤੋਂ ਤੇ ਚਲੋ ਆਪਾਂ ਹੁੰਦਾ ਹੀ ਹੈ ਕਿ ਹਾਲਾਤ ਦਾ, ਉਹ ਜਿਹੜਾ ਜੋ ਹਾਲਤ ਹੈ ਉਹਦੀ ਸਮਝ ਬਣਦੀ ਹੈ, ਜਿਵੇਂ ਦੀ ਹਾਲਤਾਂ ਚਾਰ ਸਵੇਰੇ। ਪਰ ਅਸੀਂ ਜਿਹੜੇ ਆਗੂ ਨੇ, ਸਮਾਜਿਕ ਆਗੂ ਮਾਨ ਸਾਹਿਬ ਵਰਗੇ, ਉਹਨਾਂ ਤੋਂ ਆਸ ਨਹੀਂ ਕੀਤੀ ਜਾਂਦੀ। ਤੇ ਮੈਂ ਚਾਹਾਂਗਾ ਜੇ ਉਹ ਕਿਤੇ ਚਾਹੁਣ ਕਿ ਬਈ ਆਪਾਂ ਗੱਲਬਾਤ ਕਰਨੀ ਹੈ, ਜਦੋਂ ਆਖਣ, ਮੈਂ ਉਹਨਾਂ ਨੂੰ ਜਦੋਂ ਆਖਣ ਉੱਥੇ ਆ ਜਾਵਾਂਗਾ। ਤੇ ਉਸ ਬਾਰੇ ਆਪਾਂ ਉਹਨਾਂ ਦੇ ਨਾਲ ਵੀ ਇਹ ਗੱਲ ਕਰ ਸਕਦੇ ਹਾਂ, ਵੀ ਹੋ ਸਕਦਾ ਹੈ ਉਹ ਪੁੱਛਾਂਗੇ ਉਹਨਾਂ ਨੂੰ ਵੀ, ਜੇ ਮੈਂ ਗਲਤ ਹਾਂ ਤਾਂ ਸਾਨੂੰ ਦੱਸੋ ਵੀ, ਜੇ ਅਸੀਂ ਗਲਤ। ਨਹੀਂ, ਬਿਲਕੁਲ। ਇਹਦਾ ਮਤਲਬ ਇਹ ਹੈ ਵੀ ਤੁਸੀਂ ਉਹਨਾਂ ਨੂੰ ਡਿਬੇਟ ਦਾ ਸੱਦਾ ਵੀ ਦਿੰਦੇ ਹੋ, ਵੀ ਤੁਸੀਂ ਗੱਲਬਾਤ, ਮੈਂ ਡਿਬੇਟ ਨਹੀਂ ਕਹਿੰਦਾ, ਮੈਂ ਤਾਂ ਥੋੜਾ ਜਿਹਾ ਮੈਂ ਨਾ ਸੰਵਾਦ, ਗੱਲਬਾਤ, ਭਾਈਚਾਰੇ ਵਿੱਚ ਬਹਿ ਕੇ ਭਰਾਵਾਂ। ਚਲੋ ਪੰਜਾਬੀ ਚ ਇੰਗਲਿਸ਼ ਚ ਡਿਬੇਟ ਕਹਿ ਲਓ, ਪੰਜਾਬੀ ਚ ਸੰਵਾਦ ਕਹਿ ਲਓ, ਗੱਲ ਤਾਂ ਇੱਕੋ ਹੀ ਆ। ਸੰਵਾਦ ਵਧੀਆ। ਉਹ ਮੈਂ ਨਹੀਂ ਸਮਝਦਾ ਡਿਬੇਟ ਜਾਣ ਲੱਗਦਾ ਜਿਵੇਂ ਲੜਨਾ ਝਗੜਨਾ। ਜੇ ਸੰਵਾਦ ਹੈ, ਆਪਾਂ ਗੱਲਬਾਤ ਕਰਾਂਗੇ, ਸਿਆਣੇ ਇੱਕ ਦੂਜੇ ਤੋਂ ਸੁਣ ਕੇ, ਹਰ ਇੱਕ ਬੰਦੇ ਕੋਲ ਜਿਹੜੀ ਉਹਨਾਂ ਕੋਲ ਗੱਲ ਹੋਏਗੀ ਜਿਹੜੀ ਮੈਨੂੰ ਸੁਣਨੀ ਚਾਹੀਦੀ ਹੈ, ਔਰ ਮੇਰੇ ਲਈ ਉਹ ਚੰਗੀ ਹੋਏਗੀ। ਬਹੁਤ ਬਹੁਤ ਧੰਨਵਾਦ। ਬਹੁਤ ਧੰਨਵਾਦ ਡਾਕਟਰ ਸਾਹਿਬ। ਇਹ ਨੇ ਡਾਕਟਰ ਜੋਗਾ ਸਿੰਘ ਜੀ, ਪੰਜਾਬੀ ਭਾਸ਼ਾ ਵਿਗਿਆਨੀ, ਪੰਜਾਬੀ ਯੂਨੀਵਰਸਿਟੀ ਸੇਵਾ ਨਿਭਾਉਂਦੇ, ਗਾਹੇ ਬਗਾਹੇ ਇਹ ਪੰਜਾਬੀ ਭਾਸ਼ਾ ਦੀ ਗੱਲ ਵੀ ਕਰਦੇ ਆ। ਅਸੀਂ ਇਹਨਾਂ ਕੋਲੋਂ ਸਮਾਂ ਲਿਆ, ਤੁਹਾਡਾ ਤਹਿ ਦਿਲੋਂ ਅਸੀਂ ਸ਼ੁਕਰਾਨਾ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ। ਇਹ ਬੜੀਆਂ ਜ਼ਰੂਰੀ ਗੱਲਾਂ ਨੇ ਸਾਡੇ ਵਾਸਤੇ, ਔਰ ਸਾਰੇ ਪੰਜਾਬੀਆਂ ਵਾਸਤੇ, ਹਰ ਇੱਕ ਵਾਸਤੇ, ਹਰ ਇੱਕ ਬੋਲੀ ਦੇ ਮਾਮਲੇ, ਹਰ ਇੱਕ ਬੋਲੀ ਵਾਸਤੇ ਬਹੁਤ ਬਹੁਤ ਧੰਨਵਾਦ। ਗਵਾਦ ਘੱਟ ਅੱਖਰ ਬੋਲੇ, ਸ਼ਬਦ ਬੋਲਿਆ ਗਾ ਤਾਂ ਮਾਫ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।